ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲਾਈਵ ਕੱਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਵੇਖ ਰਹੇ ਹੋ। ਮਸਲੇ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣੇ ਨੇ, ਉਹਨਾਂ ਦੇ ਵਿੱਚ ਗੱਲ ਸਭ ਤੋਂ ਪਹਿਲਾਂ ਕਰਾਂਗੇ ਬਾਈਬਲ ਕਲਾਂ ਕੋਟਕਪੂਰਾ ਕਾਂਡ ਦੇ ਵਿੱਚ ਵੀ ਹੁਣ ਇੱਕ ਨਵੀਂ SIT ਬਾਈਬਲ ਕਲਾਂ ਕਾਂਡ ਦੇ ਵਿੱਚ ਬਣੀ ਹੈ, ਉਸ ਤੇ ਚਰਚਾ ਰਹੇਗੀ। ਨਾਲ ਹੀ ਸਿੱਧੂ ਕੈਪਟਨ ਮਸਲੇ ਦੀ ਚਰਚਾ ਕਰਾਂਗੇ। ਸਿੱਧੂ ਤੇ ਵਿਜੀਲੈਂਸ ਰਿਟਾਰ ਦੀ ਜੋ ਗੱਲ ਸੀ ਉਸ ਦੇ ਵਿਚਕਾਰ ਸਿੱਧੂ ਨੂੰ ਵੱਡਾ ਸਮਰਥਨ ਸਿਆਸੀ ਆਗੂਆਂ ਦੇ ਵੱਲੋਂ ਮਿਲਿਆ ਹੈ, ਉਸ ਦੀ ਗੱਲਬਾਤ ਰਹੇਗੀ। ਤੇ ਨਾਲ ਹੀ ਗੱਲ ਜਿਹੜੀ ਖਾਸ ਕਰਾਂਗੇ ਲੁਧਿਆਣੇ ਦੇ ਵਿੱਚ ਬੀਤੇ ਦਿਨੀ ਸਿਮਰਜੀਤ ਬੈਂਸ ਅਤੇ ਅਕਾਲੀ ਦਲ ਦੇ ਸਮਰਥਕ ਆਮੋ ਸਾਹਮਣੇ ਹੋਏ ਨੇ, ਉਸ ਦੇ ਉੱਤੇ ਗੱਲਬਾਤ। ਕੋਵਿਡ ਦੀ ਵੀ ਗੱਲਬਾਤ ਕਰਾਂਗੇ। ਕਿਸਾਨਾਂ ਦੇ ਉੱਤੇ ਬੀਤੇ ਦਿਨ ਹਰਿਆਣੇ ਦੇ ਵਿੱਚ ਲਾਠੀ ਚਾਰਜ ਹੋਇਆ, ਉਸ ਤੋਂ ਬਾਅਦ ਕਿਸਾਨਾਂ ਦਾ ਵੱਡੇ ਐਲਾਨ ਨੇ, ਉਸ ਦੇ ਬਾਰੇ ਗੱਲਬਾਤ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਸਵਾਲਾਂ ਵੱਲ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਬਾਈਬਲ ਕਲਾਂ ਕਾਂਡ ਦੇ ਵਿੱਚ ਹੁਣ ਇੱਕ ਨਵੀਂ SIT ਬਣਾ ਦਿੱਤੀ ਗਈ ਹੈ, ਗਠਨ ਹੋ ਚੁੱਕਿਆ ਹੈ, ਪਹਿਲਾਂ ਕੋਟਕਪੂਰਾ ਦੇ ਉੱਤੇ ਬਣਦੀ ਹੈ, ਕਿੱਦਾਂ ਵੇਖ ਰਹੇ ਹੋ? ਲਗਾਤਾਰ SIT ਬਣਦੀ ਜਾ ਰਹੀ ਹੈ। ਨਹੀਂ, ਅਸਲ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਜੀ, ਸਾਨੂੰ ਸਾਰਿਆਂ ਨੂੰ ਪਤਾ ਹੈ, ਉਹਨਾਂ ਨੇ ਵਲੰਟਰਲੀ ਰਿਟਾਇਰਮੈਂਟ ਲੈ ਲਈ। ਸੋ ਜਦੋਂ ਵਲੰਟੀਅਰ ਰਿਟਾਇਰਮੈਂਟ ਕੋਈ ਲੈ ਲੈਂਦਾ ਤੇ ਫਿਰ ਉਹ ਜਿਹੜੀ ਵੀ SIT ਦਾ ਮੈਂਬਰ ਹੁੰਦਾ, ਫਿਰ ਉਹਦੀ ਜਾਂਚ ਹੈ ਉਹ ਉੱਥੇ ਰੁਕ ਜਾਂਦੀ ਹੈ। ਸੋ ਇਸ ਕਰਕੇ ਹੁਣ ਪੁਨਰ ਗਠਨ ਕੀਤਾ ਗਿਆ। ਬਾਈਬਲ ਕਲਾਂ ਦੇ ਮਾਮਲੇ ਦੀ ਜਿਹੜੀ ਸਿੱਟ ਜਾਂਚ ਕਰਦੀ ਹੈ, ਉਹਦੇ ਵਿੱਚ ਨਿਹਾਲ ਸਿੰਘ ਨੇ, ਬੜੇ ਸੀਨੀਅਰ ਅਫਸਰ ਨੇ, ਵੀ ਪੰਜਾਬ ਪੁਲਿਸ ਤੇ ਚੰਡੀਗੜ੍ਹ 'ਚ SSP ਰਹਿ ਚੁੱਕੇ ਨੇ। IGP ਲੁਧਿਆਣਾ ਇਸ ਵਕਤ ਨੇ ਨਿਹਾਲ ਸਿੰਘ। ਸੋ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਜਾਂਚ ਹੋਏਗੀ। ਔਰ ਇਸ ਤੋਂ ਇਲਾਵਾ ਦੋ ਹੋਰ ਮੈਂਬਰ ਨੇ, SSP ਮੋਹਾਲੀ ਨੇ ਸਤਿੰਦਰ ਸਿੰਘ ਨੇ, SSP ਮੋਹਾਲੀ ਨੇ, ਇਹ ਇਸ ਸਿੱਟ ਦੇ ਮੈਂਬਰ ਹੋਣਗੇ। ਔਰ ਫਰੀਦਕੋਟ ਦੇ SSP ਨੇ ਸਵਰਨਦੀਪ ਸਿੰਘ। ਸੋ ਉਹਨਾਂ ਨੂੰ ਵੀ ਇਸ ਸਿੱਟ 'ਚ ਸ਼ਾਮਲ ਕੀਤਾ ਗਿਆ। ਬਾਕੀ ਦੇਖਦੇ ਹਾਂ ਕਿ ਕਿੰਨੇ ਸਮੇਂ ਦੇ ਵਿੱਚ ਜਿਹੜੀ ਇਹ ਵੀ ਸਿੱਟ ਹੈ ਇਹ ਆਪਣੀ ਜਾਂਚ ਮੁਕੰਮਲ ਕਰਦੀ ਹੈ। ਉਂਝ ਤਾਂ ਆਸਾਂ ਸਾਨੂੰ ਬਹੁਤ ਘੱਟ ਨੇ ਅੱਜ ਦੇ ਸਮੇਂ 'ਚ ਸਿੱਟਾਂ ਤੋਂ। ਆਸਾਂ ਸਾਨੂੰ ਹੈਗੀਆਂ ਨੇ ਪਰ ਸਿੱਟਾਂ ਖਰੀਆਂ ਨਹੀਂ ਉਤਰਦੀਆਂ, ਇਸ ਕਰਕੇ ਆਸ ਡੋਲਦੀ ਹੈ। ਕਿਉਂਕਿ ਇਤਿਹਾਸ ਦੇਖ ਲਿਆ ਆਪਾਂ, 84 ਤੋਂ ਲੈ ਕੇ ਬਾਈਬਲ ਕਲਾਂ, ਬਰਗਾੜੀ, ਕੋਟਕਪੂਰਾ, ਬਾਈਬਲ ਕਲਾਂ, ਸਾਰੀਆਂ ਇਹ ਜਾਂਚਾਂ 'ਚ ਹੀ ਮਸਲੇ ਨਿਬੜ ਕੇ ਰਹਿ ਗਏ। ਔਰ ਮੈਨੂੰ ਪਤਾ ਨਹੀਂ ਕਿਉਂ ਐਂ ਲੱਗਦਾ ਕਿ ਜਿਹੜੇ ਸਾਡੇ ਪੁਲਿਸ ਦੇ ਅਫਸਰ ਨੇ ਵੱਡੇ ਵੱਡੇ, ਉਹ ਕਿਉਂ ਨਹੀਂ ਨਤੀਜੇ ਤੱਕ ਪਹੁੰਚਾ ਪਾਉਂਦੇ। ਐਡੇ ਕਾਬਲ ਅਫਸਰ ਨੇ, ਕੋਈ IPS ਹੈ, ਕੋਈ IAS ਹੈ, ਵੱਡੇ ਵੱਡੇ DC ਨੇ, ਜੱਜ ਨੇ, ਵੱਡੇ ਵੱਡੇ ਜਿਹੜੇ ਰਿਟਾਇਰਡ ਜੱਜ ਨੇ, ਜਿਹੜੇ ਕਮਿਸ਼ਨਾਂ ਦੇ ਵਿੱਚ ਜਾਂਚ ਕਰਦੇ ਨੇ, ਇਹ ਸਾਰਾ ਕੁਝ ਕਰਦੇ ਨੇ, ਫਿਰ ਮਸਲਾ ਰੁਕਦਾ ਕਿੱਥੇ ਹੈ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਸੋ ਭਰੋਸਾ ਉੱਠਣ ਵਾਲੀ ਗੱਲ ਬਣੀ ਜਾਂਦੀ ਹੈ। ਇੰਨਾ ਸਮਾਂ ਅਗਰ ਜਾਂਚਾਂ ਨੂੰ ਲੱਗੂਗਾ ਤੇ ਫਿਰ ਸਿੱਧਾ ਹੀ ਮੈਨੂੰ ਲੱਗਦਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਦਖਲ ਦੇ ਨਾਲ ਹੀ ਫਿਰ ਆਉਣ ਵਾਲੇ ਸਮੇਂ 'ਚ ਗਗਨ ਜਾਂਚ ਹੋਇਆ ਕਰਨੀ ਹੈ। ਫਿਰ ਪੁਲਿਸ ਇੰਡੀਪੈਂਡੈਂਟ ਏਜੰਸੀ ਨਹੀਂ ਰਹਿਣੀ। ਮੈਨੂੰ ਲੱਗਦਾ ਫਿਰ ਪੁਲਿਸ ਨੂੰ ਵੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮਾਤਹੱਤੀ ਕਰ ਦਿੱਤਾ ਜਾਣਾ ਚਾਹੀਦਾ, ਤਾਂ ਕਿ DGP ਦੀ ਨਿਯੁਕਤੀ ਵੀ ਹਾਈ ਕੋਰਟ ਕਰੇ ਤੇ DGP ਨੂੰ ਹੁਕਮ ਵੀ ਹਾਈ ਕੋਰਟ ਕਰੇ। ਮੈਨੂੰ ਲੱਗਦਾ ਤਾਂ ਹੀ ਕੰਮ ਚੱਲਣਾ ਹੈ। ਨਹੀਂ ਤਾਂ ਐਡੀ ਹਿੰਮਤ ਨਹੀਂ ਲੱਗਦੀ ਮੈਨੂੰ ਸਾਡੇ ਪੁਲਿਸ ਦੇ ਅਫਸਰਾਂ 'ਚ ਕਿ ਆ ਵੱਡੇ ਵੱਡੇ ਲੀਡਰਾਂ ਤੋਂ ਇਹ ਪੁੱਛਗਿੱਛ ਹੀ ਕਰ ਲੈਣ। ਜੇ ਕੋਈ ਗਰੀਬ ਦਾ ਪੁੱਤ ਹੋਵੇ, ਇਹ ਸਾਰਾ ਥਾਣੇ 'ਚ ਸਾਰੇ ਪਰਿਵਾਰ ਨੂੰ ਥਾਣੇ ਚੱਕ ਲਿਆਉਣ ਗਗਨ। ਤੇ ਇਹਨਾਂ ਨੇ, ਮੈਂ ਨਹੀਂ ਕਦੀ ਸੁਣਿਆ ਵੀ ਆ ਕਿਸੇ ਵੱਡੇ ਲੀਡਰਾਂ ਨੂੰ ਥਾਣੇ ਚੱਕ ਲਿਆਂਦੇ ਹੁਣ ਸਵੇਰ ਟੱਬਰ, ਤੇ ਉਹਨਾਂ ਨੂੰ ਉੱਥੇ ਬਿਠਾ ਸਵੇਰੇ ਸ਼ਾਮ ਪੁੱਛਗਿੱਛ ਕਰਦੇ ਹੁਣ। 5-5 6-6 ਸਾਲ ਦੇਖੋ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਾ ਇੰਤਜ਼ਾਰ ਕਰਦੇ ਹੋ ਗਿਆ। ਬਿਲਕੁਲ। ਸੋ ਇਹ ਤਾਂ ਖਬਰਾਂ ਜਿਹੜੀਆਂ ਲਗਾਤਾਰ ਅਕਸਰ ਸਾਹਮਣੇ ਆਉਂਦੀਆਂ ਨੇ, ਬੇਸ਼ੱਕ SIT ਦੇ ਮਾਮਲਿਆਂ ਦੇ ਵਿੱਚ ਹੁਣ ਜਾਂ ਕਈ ਹੋਰ ਜਾਂਚ ਮਾਮਲਿਆਂ ਦੇ ਵਿੱਚ। ਡੱਲਾ ਸਾਹਿਬ, ਇਸ ਦੇ ਨਾਲ ਹੀ ਗੱਲਬਾਤ ਜਿਹੜੀ ਸਿਆਸਤ ਦੇ ਵਿੱਚ ਵੀ, ਕਿਉਂਕਿ ਇਹ ਮਸਲਾ ਸਿਆਸੀ ਵੀ ਬਣਿਆ ਹੋਇਆ, ਇਸ ਮਸਲੇ ਦੇ ਵਿੱਚ ਵੱਖੋ ਵੱਖਰੇ ਤਰ੍ਹਾਂ ਦੇ ਬਿਆਨ ਨੇ। ਸਿਆਸਤ ਨੇ ਸੁਪਨੇ ਦਿਖਾਏ ਗਗਨ ਜੀ। ਆਹ ਦੇਖੋ, ਪਹਿਲਾਂ ਸੁਖਬੀਰ ਹੁੰਦਿਆਂ ਨੇ ਸੁਪਨੇ ਦਿਖਾਏ ਵੀ ਅਸੀਂ ਹੁਣ ਇਨਸਾਫ ਦੇ ਦਾਂਗੇ, ਸਿੱਟ ਬਣਾਤੀ। ਫਿਰ ਕਮਿਸ਼ਨ ਬਣਾਤਾ ਜੋਰਾ ਸਿੰਘ ਦਾ, ਉਹਨਾਂ ਦਾ ਸੁਪਨਾ ਪੂਰਾ ਨਹੀਂ ਕਰ ਸਕੇ। ਫਿਰ ਕੈਪਟਨ ਨੇ ਸੁਪਨੇ ਦਿਖਾਤੇ ਵੀ ਮੈਨੂੰ ਮੌਕਾ ਦਿਓ, ਮੇਰੀ ਸਰਕਾਰ ਆਊਗੀ, ਮੈਂ ਦੋਸ਼ੀਆਂ ਨੂੰ ਅੰਦਰ ਦਊਂਗਾ। ਤੇ ਨਾਮ ਲੈ ਲੈ ਕੇ ਕੈਪਟਨ ਅਮਰਿੰਦਰ ਦੋਸ਼ੀਆਂ ਦੇ ਸਟੇਜਾਂ ਤੋਂ ਬੋਲਦੇ ਸੀ। ਤੇ ਹੁਣ ਜਦੋਂ ਸਿੱਧੂ ਤੇ ਸੁਖਜਿੰਦਰ ਰੰਧਾਵਾ ਕਹਿੰਦੇ ਆ ਵੀ ਤੁਸੀਂ ਤਾਂ ਦੋਸ਼ੀਆਂ ਦਾ ਨਾਮ ਆਪ ਲੈਂਦੇ ਸੀ ਮੰਚਾਂ ਤੋਂ, ਕੈਪਟਨ ਸਾਹਿਬ। ਆਹ ਨਵੀਂ ਇੰਟਰਵਿਊ ਸੁਖਜਿੰਦਰ ਰੰਧਾਵੇ ਦੀ ਮੈਂ ਸੁਣ ਰਿਹਾ ਸੀ ਇੱਕ ਟੈਲੀਵਿਜ਼ਨ ਚੈਨਲ ਤੇ। ਸੁਖਜਿੰਦਰ ਰੰਧਾਵਾ ਕਹਿੰਦਾ ਜਾਂ ਕੈਪਟਨ ਅਮਰਿੰਦਰ ਇਹ ਕਹਿ ਦੇਣ ਵੀ ਜਿਹੜੀ ਮੈਂ ਪਹਿਲਾਂ ਸਟੇਜਾਂ ਤੇ ਕਹਿੰਦਾ ਸੀ ਨਾਮ ਲੈ ਲੈ ਕੇ ਵੀ ਉਹ ਵਿਅਕਤੀ ਦੋਸ਼ੀ ਹੈ, ਵੀ ਮੇਰੀ ਜਾਣਕਾਰੀ ਅਧੂਰੀ ਸੀ। ਜਿਵੇਂ ਕੈਪਟਨ ਅਮਰਿੰਦਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਨਾ, ਵੀ ਮੈਂ ਨਸ਼ੇ ਖਤਮ ਕਰਨ ਦੀ ਗੱਲ ਨਹੀਂ ਸੀ ਕੀਤੀ, ਮੈਂ ਤਾਂ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕੀਤੀ ਸੀ ਤੇ ਮੈਂ ਲੱਕ ਤੋੜਤੇ। ਸੋ ਮੁਹਾਵਰੇ ਅਸੀਂ ਐਂ ਪੜ੍ਹਦੇ ਹੁੰਦੇ ਸੀ ਵੀ ਨਸ਼ਿਆਂ ਦਾ ਲੱਕ ਤੋੜਨਾ ਮਤਲਬ ਨਸ਼ਾ ਖਤਮ ਕਰਨਾ, ਵੀ ਕਿਸੇ ਦਾ ਲੱਕ ਤੋੜ ਦੇਣਾ ਮਤਲਬ ਉਹਨੂੰ ਖਤਮ ਕਰ ਦੇਣਾ। ਪਰ ਕੈਪਟਨ ਸਾਹਿਬ ਕਹਿੰਦੇ ਮੈਂ ਤਾਂ ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਸੀ ਤੇ ਨਸ਼ੇ ਦਾ ਲੱਕ ਤੋੜਤਾ। ਹੁਣ ਬਾਕੀ ਇਹ ਵੀ ਖੋਜ ਦਾ ਵਿਸ਼ਾ ਹੈ ਵੀ ਨਸ਼ੇ ਦੇ ਲੱਕ ਲੱਗਿਆ ਕਿੱਥੇ ਹੁੰਦਾ ਜੀ। ਅਗਰ ਨਸ਼ੇ ਦਾ ਲੱਕ ਤੋੜਨਾ ਸੀ ਤੇ ਇਹ ਖੋਜ ਦਾ ਵਿਸ਼ਾ ਵੀ ਨਸ਼ੇ ਦਾ ਲੱਕ ਲੱਗਿਆ ਕਿੱਥੇ ਹੁੰਦਾ, ਤਾਂ ਕਿ ਆਪਾਂ ਉਹ ਟੁੱਟਿਆ ਲੱਕ ਹੀ ਦਿਖਾ ਦਈਏ ਲੋਕਾਂ ਨੂੰ। ਬਿਲਕੁਲ। ਅਖਬਾਰਾਂ 'ਚ ਉੱਦਾਂ ਵੀ ਤਾਂ ਇੰਨੇ ਇਸ਼ਤਿਹਾਰ ਆਉਂਦੇ ਨੇ, ਨਸ਼ੇ ਦੇ ਟੁੱਟੇ ਲੱਕ ਦਾ ਇਸ਼ਤਿਹਾਰ ਲਾ ਦਿਓ ਕਿਸੇ ਦਿਨ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਭਾਈ ਆਹ ਨਸ਼ੇ ਦਾ ਲੱਕ ਹੁੰਦਾ, ਆਹ ਤੋੜਤਾ ਜੀ। ਸੋ ਸਿਆਸੀ ਲੋਕ ਬਿਆਨਾਂ ਦੇ ਵਿੱਚ ਸਾਰੀ ਕਹਾਣੀ ਹੈ ਜਿਹੜੀ ਉਹ ਉਲਝਾ ਦਿੰਦੇ ਨੇ, ਜਾਂ ਇਹ ਕਹਿ ਦਿਓ ਵੀ
ਕਨਫਿਊਜ਼ ਐਂਡ ਰੂਲ ਦੀ ਪੋਲਿਟਿਕਸ ਹੁੰਦੀ ਹੈ। ਅੰਗਰੇਜ਼ ਕਿਸੇ ਸਮੇਂ ਕਰਦੇ ਸੀ ਡਿਵਾਈਡ ਐਂਡ ਰੂਲ, ਵੰਡੋ ਤੇ ਰਾਜ ਕਰੋ। ਹੁਣ ਵੰਡੇ ਤਾਂ ਜਾ ਨਹੀਂ ਸਕਦੇ, ਲੋਕ ਸਿਆਣੇ ਹੋ ਗਏ, ਕਹਿੰਦੇ ਹੁਣ ਇਹਨਾਂ ਨੂੰ ਕਨਫਿਊਜ਼ ਐਂਡ ਰੂਲ ਕਰ ਦਿਓ, ਦੁਚਿੱਤੀ ਚ ਪਾ ਦਿਓ ਤੇ ਆਪਣੀਆਂ ਸਰਕਾਰਾਂ ਬਣਾ ਲਓ। ਬਿਲਕੁਲ। ਆ ਦੇਖੋ ਕੇਂਦਰ ਵਾਲੇ ਵੀ ਕਹਿੰਦੇ ਸੀ ਹਰ ਕਿਸੇ ਨੂੰ ਮਕਾਨ 22 ਤੱਕ, ਆ 22 ਆਉਣ ਵਾਲੀ ਆ, ਮੈਂ ਕਾਦਾ ਉਡੀਕਦਾ, ਮੇਰੇ ਕੋਲੇ ਮਕਾਨ ਨਹੀਂ ਆਇਆ ਅੱਜ ਤੱਕ ਆਪਣਾ, ਸੋ ਮੈਂ 22 ਉਡੀਕੀ ਜਾਂਦਾ ਵੀ ਪਤਾ ਨਹੀਂ ਕਿਵੇਂ ਆਉਣਾ 22 ਤੱਕ ਮਕਾਨ। ਇਹ ਨਾ ਹੋਵੇ ਮੈਂ ਆਪਣੀ ਮਿਹਨਤ ਦਾ ਲੈ ਲਾਂ ਤੇ ਸਰਕਾਰ ਆਪਣੇ ਖਾਤੇ 'ਚ ਲਿਖ ਲੇ। ਹੈ ਗਗਨ, ਇਹ ਵੀ ਹੋ ਸਕਦਾ ਕਦੀ ਕਦੀ। ਅੱਛਾ, ਤੇ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ, ਆਲਾ ਕਿਸਾਨ ਵਿਚਾਰੇ ਦੇਖੋ ਧਰਨਿਆਂ ਤੇ ਬੈਠੇ। ਆ ਤੁਸੀਂ ਕਹਿੰਦੇ ਹੋ ਸਵਾਲ ਕਰੋਗੇ ਮੈਨੂੰ, ਆ ਖੱਟੜ ਉਹਨਾਂ ਨੇ ਨਵਾਂ ਰੰਗ ਲਾਤਾ, ਉੱਥੇ ਲਾਠੀ ਚਾਰਜ ਹੀ ਕਰਤਾ ਕਿਸਾਨਾਂ ਤੇ, ਦੱਸੋ। ਸੋ ਇਹ ਸਥਿਤੀਆਂ ਨੇ। ਆ ਹੁਣ ਰੰਧਾਵਾ ਕਹਿੰਦਾ ਕੈਪਟਨ ਸਾਹਿਬ ਸਪਸ਼ਟੀਕਰਨ ਦੇ ਦਿਓ। ਹੁਣ ਇਹ ਸਥਿਤੀਆਂ ਬਣੀਆਂ ਹੋਈਆਂ ਨੇ। ਗਗਨ, ਆ ਵਿਜੀਲੈਂਸ ਵਿੱਚ ਆ ਗਈ, ਦੇਖੋ ਆ ਵਿਜੀਲੈਂਸ ਦੇ ਰੌਲੇ ਚੱਲੀ ਜਾਂਦੇ ਵੀ ਹੁਣ ਵਿਜੀਲੈਂਸ ਦੇ ਛਾਪੇ ਵੱਜਣਗੇ ਸਿੱਧੂ ਤੇ ਕਹਿੰਦੇ। ਬਿਲਕੁਲ ਦਲਾ ਸਾਹਿਬ, ਇਸ ਵਿਜੀਲੈਂਸ ਦੀਆਂ ਚਰਚਾਵਾਂ ਬਹੁਤ ਹੋਈਆਂ ਕਿ ਵਿਜੀਲੈਂਸ ਕਿਸ ਤਰ੍ਹਾਂ ਛਾਪੇਮਾਰੀ ਕਰੇਗੀ ਜਾਂ ਕਰ ਰਹੀ ਹੈ, ਜਾਂ ਕਰੀਬੀਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਵੱਖ-ਵੱਖ ਲਾਈਨਾਂ ਜਿਹੜੀਆਂ ਮੀਡੀਆ ਅਦਾਰਿਆਂ ਦੇ ਵੱਲੋਂ ਵਰਤੀਆਂ ਜਾ ਰਹੀਆਂ ਸੀ। ਇਹਨਾਂ ਦੇ ਵਿਚਕਾਰ ਜਿੱਦਾਂ ਹੁਣ ਸਿਆਸੀ ਵਿਰੋਧੀਆਂ ਦੀ ਐਂਟਰੀ ਹੋਈ ਹੈ, ਨਵਜੋਤ ਸਿੰਘ ਸਿੱਧੂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸਪੋਰਟ ਮਿਲੀ ਹੈ। ਸਿਮਰਜੀਤ ਬੈਂਸ, ਹਾਲਾਂਕਿ ਬੀਤੇ ਦਿਨ ਉਹਨਾਂ ਦਾ ਕਾਂਡ ਵੀ ਵਾਪਰਿਆ, ਉਸ ਤੋਂ ਪਹਿਲਾਂ ਉਹਨਾਂ ਨੇ ਸਿੱਧੂ ਦੇ ਹੱਕ ਦੇ ਵਿੱਚ ਗੱਲ ਆਖੀ ਹੈ ਕਿ ਸਿਆਸੀ ਤੌਰ ਦੇ ਉੱਤੇ ਬਦਲਾਖੋਰੀ ਦੀ ਰਾਜਨੀਤੀ ਹੋ ਸਕਦੀ ਹੈ। ਤਰੁਣ ਚੁੱਗ ਨੇ ਤਾਂ ਨਵੀਂ ਗੱਲ ਕਹਿਤੀ, ਉਹ ਕਹਿੰਦੇ ਕਿ ਸਾਰਿਆਂ ਦੇ ਉੱਤੇ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਦੇਖੋ, ਪਹਿਲੀ ਤਾਂ ਗੱਲ, ਵਿਜੀਲੈਂਸ ਨੇ ਕੋਈ ਬਿਆਨ ਨਹੀਂ ਦਿੱਤਾ ਵੀ ਅਸੀਂ ਸਿੱਧੂ ਤੇ ਕੋਈ ਜਾਂਚ ਕਰ ਰਹੇ ਹਾਂ, ਸਿੱਧੂ ਦੇ ਮਾਮਲੇ 'ਚ ਜਾਂਚ ਕਰ ਰਹੇ ਹਾਂ। ਹਾਂ ਦੇਖੋ, ਹਰ ਮਹਿਕਮੇ ਦੇ ਵਿੱਚ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ। ਵਿਜੀਲੈਂਸ ਦਾ ਮਹਿਕਮਾ ਹੁਣ ਦੇਖੋ, ਆ ਪਟਵਾਰੀ ਕਦੀ ਫੜ ਲੈਂਦੇ ਆ, ਕਦੀ ਮਾਈਨਿੰਗ ਅਫਸਰ ਵਿਜੀਲੈਂਸ ਵਾਲੇ ਫੜ ਲੈਂਦੇ ਆ। ਇਹਦੇ ਲਈ ਕੋਈ ਬਹੁਤ ਵੱਡੀ ਜਾਂਚ ਨਹੀਂ ਹੁੰਦੀ, ਇਹ ਰੂਟੀਨ 'ਚ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ। ਜਦੋਂ ਸਿੱਧੂ ਦਾ ਕਾਰਜਕਾਲ ਸੀ ਉਦੋਂ ਵੀ ਸ਼ਿਕਾਇਤਾਂ ਆਉਂਦੀਆਂ ਹੋਣਗੀਆਂ, ਕੋਈ ਠੇਕੇਦਾਰ ਦੀ ਆ ਗਈ, ਕਿਸੇ ਅਫਸਰ ਦੀ ਆ ਗਈ, ਕਿਸੇ ਕਰਿੰਦੇ ਦੀ ਆ ਗਈ। ਅਫਸਰ ਦੇਖ ਲਓ, ਜਿਹੜੇ ਅਫਸਰ ਨੇ, ਸਧਾਰਨ ਮੁਲਾਜ਼ਮ ਨੇ, ਉਹ ਅਫਸਰ ਬਣਦੇ ਹੀ ਕੁਝ ਕੁ ਸਾਲਾਂ 'ਚ ਤੁਸੀਂ ਉਹਨਾਂ ਦੀਆਂ ਗੱਡੀਆਂ ਨੋਟ ਕਰਨ ਲੱਗ ਜਾਓ। ਮੈਂ ਕਹਿੰਦਾ ਉਹਨਾਂ ਦੀਆਂ ਪੁਰਾਣੀਆਂ ਫੇਸਬੁੱਕਾਂ ਖੋਲ੍ਹ ਲਓ, ਪੁਰਾਣੇ ਸਮੇਂ 'ਚ ਦੇਖ ਲਓ ਵੀ ਕਿਹੜੀਆਂ ਕਿਹੜੀਆਂ ਗੱਡੀਆਂ 'ਚ ਤਸਵੀਰਾਂ ਨੇ, ਤੇ ਹੁਣ ਦੇਖ ਲਓ। ਆ ਹੁਣ ਤਾਂ ਚੌੜੇ ਚੌੜੇ ਟਾਇਰਾਂ ਵਾਲੀਆਂ ਗੱਡੀਆਂ, ਅਫਸਰ ਜਦੋਂ 10 ਕੁ ਸਾਲ ਦੀ ਨੌਕਰੀ ਹੋ ਜਾਂਦੀ ਹੈ ਨਾ, ਐਡੀਆਂ ਐਡੀਆਂ ਮਹਿੰਗੀਆਂ ਗੱਡੀਆਂ ਰੱਖ ਲੈਂਦੇ, ਪਤਾ ਨਹੀਂ ਲੱਗਦਾ ਪੈਸੇ ਆਉਂਦੇ ਕਿੱਥੋਂ ਹੈ। ਬਿਲਕੁਲ। ਸੋ ਇਹ ਤਾਂ ਚਲੋ ਬਹੁਤ ਸਾਰੇ ਲੋਕ ਤਾਂ ਚਲੋ ਧੁਰੋਂ ਹੀ ਉਹਨਾਂ ਕੋਲੇ ਪੈਸਾ ਹੁੰਦਾ, ਉਹਨਾਂ ਦਾ ਤਾਂ ਸਮਝ ਆਉਂਦਾ, ਪਰ ਕਈ ਅਚਾਨਕ ਹੀ ਅਮੀਰ ਹੋ ਜਾਂਦੇ ਨੇ, ਕੋਠੀਆਂ ਬਣ ਜਾਂਦੀਆਂ ਨੇ, ਫਲੈਟ ਲੈ ਲੈਂਦੇ ਨੇ, ਕਿਤੇ ਕਿਤੇ ਪਤਾ ਲੱਗੇ ਕਹਿੰਦੇ ਉੱਥੇ ਵੀ ਪਲਾਟ ਹੈ, ਉੱਥੇ ਵੀ ਪਲਾਟ ਹੈ, ਕਿਤੇ ਹਿੱਸੇਦਾਰੀ ਪਾ ਲੈਂਦੇ ਨੇ। ਇਹ ਪੈਸਾ ਪਤਾ ਨਹੀਂ ਕਿੱਥੋਂ ਆਉਂਦਾ। ਇਹ ਜਾਂਚ ਦਾ ਵਿਸ਼ਾ ਹੈ। ਇਹਦੇ ਤੇ ਵਿਜੀਲੈਂਸ ਨੂੰ ਨਿਗਾਹ ਰੱਖਣੀ ਚਾਹੀਦੀ ਹੈ ਕਿ ਜਿਹੜੇ ਵੀ ਸਰਕਾਰੀ ਮੁਲਾਜ਼ਮ ਨੇ ਉਹਨਾਂ ਦਾ ਵੀ ਅਸੀਂ ਹਿਸਾਬ ਕਿਤਾਬ ਰੱਖੀਏ, ਤੇ ਵਿਜੀਲੈਂਸ ਵਾਲੇ ਆਪਣਾ ਵੀ ਹਿਸਾਬ ਕਿਤਾਬ ਦਰੁਸਤ ਰੱਖਣ। ਇਹ ਨਾ ਹੋਵੇ ਕੋਈ ਉਹਨਾਂ ਦਾ ਹਿਸਾਬ ਕਿਤਾਬ ਲਾ ਜੇ। ਦੂਸਰਾ, ਹੁਣ ਸਿੱਧੂ ਬਾਰੇ ਤਾਂ ਕਿਹਾ ਨਹੀਂ ਕੁਛ। ਹੁਣ ਸਿੱਧੂ ਦੇ ਕੋਈ ਕਰੀਬੀ ਹੋਣਗੇ, ਹਰ ਕਿਸੇ ਦੇ ਕਰੀਬੀ ਹੁੰਦੇ ਆ, ਸੋ ਉਹਨਾਂ ਤੇ ਸ਼ਿਕੰਜਾ ਆਮ ਤੌਰ ਤੇ ਵਿਜੀਲੈਂਸ ਕੱਸਦੀ ਹੈ, ਤਾਂ ਕਿ ਕਹਿੰਦੇ ਨੇ ਨਾ ਵੀ ਦੁੱਖ ਦੀ ਰਗ ਹੁੰਦੀ ਹਰ ਕਿਸੇ ਦੀ। ਕੋਈ ਕਿਸੇ ਦਾ ਦੋਸਤ ਹੁੰਦਾ, ਕੋਈ ਕਿਸੇ ਦਾ ਜਾਣਕਾਰ ਹੁੰਦਾ, ਅਗਲਾ ਕਹਿੰਦਾ ਵੀ ਉਹਦੀ ਨਸ ਘੁੱਟੋ। ਤੋ ਇਹ ਸਰਕਾਰਾਂ ਦੇ ਪੁਰਾਣੇ ਹੱਥ ਕੰਡੇ ਨੇ। ਦੇਖੋ, ਸਾਡੀ ਸੁਪਰੀਮ ਕੋਰਟ ਨੇ ਕਹਿਤਾ ਵੀ ਸੀਬੀਆਈ ਤੋਤੇ ਦੀ ਤਰ੍ਹਾਂ ਕੰਮ ਕਰਦੀ। ਬਿਲਕੁਲ। ਤੇ ਜੇ ਸੀਬੀਆਈ ਤੋਤਾ ਹੈ ਤੇ ਵਿਜੀਲੈਂਸ ਦਾ ਵੀ ਨਾਮ ਕੋਈ ਰੱਖ ਸਕਦੇ ਹਾਂ ਆਪਾਂ, ਚਿੜੀ ਰੱਖ ਲਓ। ਉਹਦਾ ਚਿੜੀ ਬੜੀ ਸਾਡੇ ਲਈ ਬਹੁਤ ਸਤਿਕਾਰਯੋਗ ਹੈ, ਇਹ ਸਾਰੇ ਪੰਛੀ ਸਤਿਕਾਰਯੋਗ ਹੈ। ਅਸੀਂ ਤਾਂ ਛੋਟੇ ਹੁੰਦੇ ਜਦ ਤੱਕ ਚਿੜੀਆਂ ਨੂੰ ਬੁਰਕੀ ਨਹੀਂ ਸੀ ਪਾ ਦਿੰਦੇ, ਸਾਨੂੰ ਆਪ ਰੋਟੀ ਨਹੀਂ ਸੀ ਖਾਂਦੇ। ਗਗਨ, ਸਾਡੇ ਛੋਟੇ ਹੁੰਦਿਆਂ ਦੀਆਂ ਤਾਂ ਖੇਡਾਂ ਹੀ ਇਹ ਹੁੰਦੀਆਂ ਸੀ ਕਿ ਪੰਛੀਆਂ ਨੂੰ ਭੋਜਨ ਪਾਓ। ਜੀ। ਤੇ ਹੁਣ ਇਹ ਨਾਮ ਰੱਖੇ ਜਾਂਦੇ ਅੱਜ ਦੇ ਸਮੇਂ 'ਚ। ਸੋ ਚਿੜੀ ਇਸ ਕਰਕੇ ਵੀ ਵਿਜੀਲੈਂਸ ਮਿੰਟਾਂ 'ਚ ਉੱਡ ਜਾਂਦੀ। ਆ ਦੇਖੋ ਕਿੱਡੇ ਕਾਂਡ ਹੋਏ ਸੀ, ਆ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਤੇ ਕਿੱਡੇ ਛਾਪੇ ਪਏ, ਹਰਿਆਣਿਆਂ 'ਚ ਬੜਾ ਕੁਝ ਕੱਢਿਆ, ਮੁੜ ਕੇ ਵਿਜੀਲੈਂਸ ਉੱਡ ਗਈ, ਕੁਛ ਨਹੀਂ ਬਣਿਆ, ਕੇਸਾਂ 'ਚੋਂ ਜਿੱਤ ਗਏ ਬਾਦਲ। ਬਿਲਕੁਲ। ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸਮੇਂ ਵੀ ਚਿੜੀ ਉੱਡ ਗਈ। ਤਾਂ ਹੀ ਆਪਾਂ ਖੇਡਦੇ ਸੀ ਛੋਟੇ ਹੁੰਦੇ, ਚਿੜੀ ਉੱਡ ਕਾਂ ਉੱਡ, ਕਿਉਂਕਿ ਇਹ ਉੱਡ ਜਾਂਦੇ, ਇਹਨਾਂ ਦੀ ਪ੍ਰਵਿਰਤੀ ਹੈ, ਪੰਛੀ ਨੇ। ਸੋ ਕੈਪਟਨ ਅਮਰਿੰਦਰ ਵੀ ਬਰੀ ਹੋ ਗਏ ਕਾਂਡ 'ਚ। ਤੇ ਹੁਣ ਜੇ ਸਿੱਧੂ ਦੇ ਕਰੀਬੀਆਂ ਤੇ ਛਾਪੇ ਵੱਜ ਜਾਣਗੇ, ਫਿਰ ਚਿੜੀ ਉੱਡ ਜਾਣੀ ਆਉਣ ਵਾਲੇ ਸਮੇਂ 'ਚ। ਇਹ ਤਾਂ ਮਨੋਰੰਜਨ ਦੀਆਂ ਚੀਜ਼ਾਂ ਲੱਗਦੀਆਂ ਮੈਨੂੰ। ਬਿਲਕੁਲ। ਕਿ ਆ ਵਿਜੀਲੈਂਸ ਦੇ ਛਾਪੇ ਮਾਰ, ਤੇ ਅਗਰ ਸਬੂਤ ਨੇ ਵਿਜੀਲੈਂਸ ਕੋਲੇ, ਤੇ 2019 'ਚ ਸਿੱਧੂ ਨੇ ਅਸਤੀਫਾ ਦਿੱਤਾ ਸੀ ਤੇ 21 ਆ ਗਿਆ ਤੇ 22 ਆਉਣ ਵਾਲਾ, ਤੇ 2 ਸਾਲ ਕੀ ਕਰਦੇ ਰਹੇ ਵਿਜੀਲੈਂਸ ਵਾਲੇ? ਹੈ ਜੀ। ਜੀ। ਹੋ ਸਕਦਾ ਪ੍ਰਦੂਸ਼ਣ ਜ਼ਿਆਦਾ ਸੀ, ਚਿੜੀ ਕਿਸੇ ਹੋਰ ਪਾਸੇ ਚਲੀ ਗਈ ਹੋਵੇ। ਬਿਲਕੁਲ। ਹੈ ਜੀ। ਪੰਜਾਬ 'ਚ ਪਰਾਲੀ ਪਰੂਲੀ ਸੜੀ ਨਾ ਪਿਛਲੇ ਸਮਿਆਂ 'ਚ, ਦਿੱਲੀ ਨਾ ਚਲੀ ਗਈ ਹੋਵੇ ਚਿੜੀ। ਸੋ ਕਈ ਵਾਰੀ ਹਾਸਾ ਵੀ ਆਉਂਦਾ ਸਰਕਾਰੀ ਖੇਡਾਂ ਤੇ। ਗਗਨ ਕਹਿੰਦੇ ਜੀ ਹੁਣ ਜਾਂਚ ਦਾ ਸ਼ਿਕੰਜਾ ਕੱਸ ਰਹੇ ਨੇ। ਉਹ ਦੇਖ ਲੀਆਂ ਜਾਂਚਾਂ, ਵਿਜੀਲੈਂਸ ਦੀਆਂ ਵੀ ਦੇਖ ਲੀਆਂ, ਸਿੱਟ ਦੀਆਂ ਵੀ ਦੇਖ ਲੀਆਂ। ਦੇਖੋ ਸਿੱਟ ਦਾ ਤਜਰਬਾ, ਆ 84 ਵਾਲਾ ਹੀ ਲੈ ਲਓ। ਬਿਲਕੁਲ। 84 ਵਾਲਾ ਹੀ ਲੈ ਲਓ, 36-37 ਸਾਲ ਹੋ ਗਏ। ਆ ਬੇਅਦਬੀ ਨੂੰ ਹਜੇ 5-6 ਸਾਲ ਹੋਏ ਨੇ। ਹਜੇ ਆਸ ਨਹੀਂ ਹੈਗੀ ਵੀ ਆ ਸਿੱਟ ਅਫਸਰਾਂ ਵਾਲੀ ਕੁਛ ਕਰ ਦੋ। ਐਡੇ ਜੋਗੇ ਸਾਡੇ ਅਫਸਰ ਹੁੰਦੇ ਤਾਂ ਪਹਿਲੀ ਸਿੱਟ ਦਾ ਹੀ ਕੰਮ ਨਿਬੜ ਜਾਣਾ ਸੀ।
ਉਹ ਡੀਜੀਪੀ ਸਮੇਤ ਸੈਣੀ ਕਹਿੰਦੇ ਐਡਾ ਤਕੜਾ ਡੀਜੀਪੀ ਸੀ ਤੇ ਉਹੀ ਕੰਮ ਨਿਬੇੜ ਦਿੰਦਾ। ਉਹ ਵੀ ਜਾਂਦਾ ਜਾਂਦਾ ਫੇਲ ਹੋ ਕੇ, ਇੱਕ ਤਰੀਕੇ ਨਾਲ ਫੇਲ ਹੋ ਕੇ ਅਫਸਰ ਗਿਆ ਕਿ ਉਹਦੇ ਰਾਹ 'ਚ ਐਡਾ ਵੱਡਾ ਕੰਮ ਹੋ ਗਿਆ। ਉਂਝ ਉਹਦੇ ਤੇ ਇਲਜ਼ਾਮ ਪਹਿਲਾਂ ਵੀ ਬਹੁਤ ਗੰਭੀਰ ਲੱਗਦੇ ਰਹੇ ਨੇ। ਪਤਾ ਨਹੀਂ ਸਾਡੀਆਂ ਅਦਾਲਤਾਂ 'ਚ ਉਹਨਾਂ ਇਲਜ਼ਾਮਾਂ ਦਾ ਉਹਦੇ ਤੇ ਕੀ ਬਣੂਗਾ, ਇਹ ਭਵਿੱਖ ਦੱਸੂਗਾ। ਪਰ ਹੁਣ ਸਿੱਧੂ ਨੂੰ, ਕਿਉਂਕਿ ਸਾਰੇ ਲੋਕ ਸਮਝ ਗਏ ਵੀ ਇਹ ਤਾਂ ਚਿੜੀ ਉੱਡ ਕਾਂ ਉੱਡ ਹੈ ਜੀ ਪੋਲੀਟੀਕਲ ਤੌਰ ਤੇ ਤਾਂ ਹੀ ਸਿੱਧੂ ਨੇ ਵੀ ਲਿਖਤਾ, ਕਿਉਂਕਿ ਸਿੱਧੂ ਨੇ ਕਿਹੜਾ ਜ਼ਿੰਦਗੀ 'ਚ ਚਿੜੀਆਂ ਨੂੰ ਚੋਗੇ ਪਾਏ ਨਹੀਂ ਹੋਣੇ ਜੀ ਹੈ ਜੀ। ਉਹਨੂੰ ਵੀ ਮੁਹੱਬਤ ਹੋਣੀ ਪੰਛੀਆਂ ਨਾਲ। ਪਿੰਡਾਂ 'ਚ ਜਨਮ ਲਿਆ ਸਿੱਧੂ ਨੇ ਵੀ। ਸੋ ਇਸ ਕਰਕੇ ਹੁਣ ਸਿੱਧੂ ਨੇ ਮੋਸਟ ਵੈਲਕਮ ਲਿਖਤਾ। ਹੁਣ ਦੇਖੋ ਕਿੱਡੀ ਵੱਡੀ ਗੱਲ ਹੈ। ਇਹ ਹਜੇ ਸੋਚ ਹੀ ਰਹੇ ਸੀ ਵੀ ਚਿੜੀ ਛੱਡਾਂਗੇ, ਚਿੜੀ ਜਾਊਗੀ, ਮਾੜਾ ਮੋਟਾ ਕੋਈ ਵਿਜੀਲੈਂਸ ਦਾ ਛਾਪਾ ਛੁਪਾ ਵੱਜੂਗਾ, ਪਤਾ ਨਹੀਂ ਸੋਚ ਰਹੇ ਸੀ ਜਾਂ ਵੈਸੇ ਹੀ ਗੱਲ ਤੋਰਤੀ ਕਿਸੇ ਨੇ, ਪਰ ਮਾਹੌਲ ਬਣ ਗਿਆ। ਉਹ ਸਿੱਧੂ ਕਹਿੰਦਾ ਮੋਸਟ ਵੈਲਕਮ, ਡੂ ਯੂਰ ਬੈਸਟ। ਜੀ ਡੱਲਾ ਸਾਹਿਬ, ਇਸ ਦੇ ਇੱਕ ਜੇਕਰ ਜਿਹੜਾ ਸਮਰਥਨ ਦੇਖੋ, ਸਮਰਥਨ ਜਿਵੇਂ ਤੁਸੀਂ ਜ਼ਿਕਰ ਕੀਤਾ ਸਿਮਰਜੀਤ ਬੈਂਸ ਦਾ ਆ ਗਿਆ। ਸਿਮਰਜੀਤ ਬੈਂਸ ਕਹਿੰਦਾ ਵੀ ਇਹ ਸਿਆਸੀ ਹਥਕੰਡੇ ਨੇ। ਪ੍ਰਤਾਪ ਸਿੰਘ ਬਾਜਵੇ ਦਾ ਆ ਗਿਆ, ਵੀ ਸੁਖਜਿੰਦਰ ਰੰਧਾਵਾ ਦਾ ਆ ਗਿਆ। ਸੁਖਜਿੰਦਰ ਰੰਧਾਵਾ ਨੇ ਹੋਰ ਗੱਲ ਅੱਗੇ ਕਰਤੀ, ਕਹਿੰਦਾ ਕੈਪਟਨ ਅਮਰਿੰਦਰ ਜੀ, ਹੁਣ ਤੁਹਾਡਾ ਮਹਿਕਮਾ ਤਿਆਰੀ ਕਰ ਰਿਹਾ ਵੀ ਅਸੀਂ ਛਾਪੇਮਾਰੀ ਕਰਾਂਗੇ, ਪੁੱਛਗਿੱਛ ਕਰਾਂਗੇ, ਜਾਂਚ ਚੱਲ ਰਹੀ ਹੈ, ਤੇ ਤੁਸੀਂ ਸੱਦੀ ਜਾਂਦੇ ਸੀ ਸਿੱਧੂ ਨੂੰ ਵੀ ਸਿੱਧੂ ਸਾਹਿਬ ਆਓ ਚਾਹ ਤੇ, ਸਿੱਧੂ ਸਾਹਿਬ ਆਓ ਲੰਚ ਤੇ ਸਿੱਧੂ, ਕੈਪਟਨ ਅਮਰਿੰਦਰ ਨੇ ਆਪ ਹੀ ਕਿਹਾ ਸੀ ਵੀ ਮੇਰੀ ਟੀਮ ਦੇ ਸਾਥੀ ਚਾਹੁੰਦੇ ਨੇ ਵੀ ਸਿੱਧੂ ਕੈਬਨਿਟ 'ਚ ਆਵੇ ਜੀ, ਵੀ ਸਿੱਧੂ ਸਾਡੇ ਨਾਲ ਆਵੇ, ਤੇ ਸਿੱਧੂ ਨੇ ਵਕਤ ਮੰਗਿਆ। ਅਸਲ 'ਚ ਕੀ ਹੈ, ਜਦੋਂ ਸਿੱਧੂ ਨੇ ਇਨਕਾਰ ਕਰਤਾ ਦੁੱਖ ਤਾਂ ਹੋਇਆ। ਤੇ ਇਹਦਾ ਮਤਲਬ ਹੈ ਪਹਿਲਾਂ ਸਿੱਧੂ ਬਿਲਕੁਲ ਸਾਫ਼ ਸੀ, ਪਾਕ ਸਾਫ਼ ਸੀ ਜੀ। ਪਹਿਲਾਂ ਵਿਜੀਲੈਂਸ ਵਾਲਾ ਮਹਿਕਮਾ ਕਿਤੇ ਹੋਰ ਰੁੱਝਿਆ ਹੋਇਆ ਸੀ ਹੈ ਜੀ। ਪਹਿਲਾਂ ਪਿੰਜਰੇ 'ਚ ਹੋਣਾ ਵਿਜੀਲੈਂਸ, ਤੇ ਹੁਣ ਕਹਿੰਦੇ ਵੀ ਦਰਵਾਜ਼ਾ ਖੋਲ ਦਿਓ ਪਿੰਜਰੇ ਦਾ ਭਾਈ, ਅਫਸਰ ਨਿਕਲੇ ਹੁਣ ਬਾਹਰ ਜੀ। ਵੀ ਸਿੱਧੂ ਨੇ ਮਨਾ ਕਰਤਾ ਵੀ ਮੰਤਰੀ ਨਹੀਂ ਬਣਨਾ, ਤੇ ਹੁਣ ਕਹਿੰਦੇ ਜਾਂਚਾਂ ਖੋਲ ਦਿਓ। ਸੋ ਸਿੱਧੂ ਨੇ ਮੋਸਟ ਵੈਲਕਮ ਕਰਕੇ ਲਿਖਤਾ। ਮੈਂ ਅੱਗੇ ਵੀ ਕਹਿਣਾ ਹੁੰਦਾ ਗਗਨ, ਜਿਹੜਾ ਸੱਚ ਹੈ, ਸੱਚ ਤੋਂ ਵੱਡਾ ਸੱਚ ਕੁਝ ਨਹੀਂ ਹੁੰਦਾ। ਪਹਿਲਾਂ ਤਾਂ ਸੱਚ ਇਹ ਹੈ ਕਿ ਸਾਡੀਆਂ ਵਿਜੀਲੈਂਸ ਵਰਗੀਆਂ ਏਜੰਸੀਆਂ ਕਿੰਨੀਆਂ ਕਿ ਸੱਚੀਆਂ ਨੇ, ਸਾਨੂੰ ਇਹੀ ਨਹੀਂ ਪਤਾ। ਸਾਨੂੰ ਇਹਨਾਂ ਦੀ ਸੱਚਾਈ ਤੇ ਹੀ ਭਰੋਸਾ ਨਹੀਂ ਤਾਂ ਕਿੰਨੇ ਬਾਦਲਾਂ ਵੇਲੇ ਦੇ ਕਿੰਨੇ ਗਵਾਹ ਸੀ ਮੁੱਕਰ ਗਏ। ਆ ਸਿਟੀ ਸੈਂਟਰ ਘਟਾਲੇ ਤੇ ਕਿੱਡੇ ਵਿਜੀਲੈਂਸ ਦੇ ਵੱਡੇ ਵੱਡੇ ਅਫਸਰ ਜ਼ੋਰ ਲਾਉਂਦੇ ਰਹੇ, ਕਈ ਰਿਟਾਇਰ ਹੋ ਗਏ ਜੀ। ਤੇ ਆ ਜਿਹੜਾ ਸਿਟੀ ਸੈਂਟਰ ਘਟਾਲਾ ਸੀ, ਆ ਕੁਛ ਨਹੀਂ ਨਿਕਲਿਆ ਸਿਟੀ ਸੈਂਟਰ ਘਟਾਲੇ 'ਚ ਵੀ। ਸੋ ਇਹ ਵਿਜੀਲੈਂਸ ਦਾ ਰਿਕਾਰਡ ਬਹੁਤ ਮਾੜਾ ਹੈ ਜੀ। ਇਹ ਦੇਖੋ, ਇਹ ਵਿਜੀਲੈਂਸ ਵਾਲੇ ਕਿਸੇ ਨੇ ਸ਼ਿਕਾਇਤ ਦੇਤੀ ਵੀ ਪਟਵਾਰੀ ਪੈਸੇ ਮੰਗਦਾ, ਕੋਈ ਥਾਣੇਦਾਰ ਪੈਸੇ ਮੰਗਦਾ ਹੈ ਜੀ, ਆ ਕੋਈ ਮਾਈਨਿੰਗ ਅਫਸਰ ਪੈਸੇ ਮੰਗਦਾ। ਹਜੇ ਤੱਕ ਮੈਂ ਵਿਜੀਲੈਂਸ ਵਾਲੇ ਇੰਨਾ ਕੁ ਕੰਮ ਕਰਦੇ ਦੇਖੇ। ਬਹੁਤ ਵੱਡਾ ਇਹਨਾਂ ਨੇ ਰਿਕਾਰਡ ਤੋੜਿਆ ਹੋਵੇ ਵਿਜੀਲੈਂਸ ਵਾਲਿਆਂ ਨੇ। ਇਹਨਾਂ ਨੂੰ ਕੱਲ੍ਹ ਹੀ ਪ੍ਰੈਸ ਕਾਨਫਰੰਸ ਕਰ ਦੇਣੀ ਚਾਹੀਦੀ ਹੈ ਵੀ ਤੁਸੀਂ ਵਿਜੀਲੈਂਸ ਤੇ ਸਵਾਲ ਨਾ ਚੱਕੋ, ਅਸੀਂ ਐਡੇ ਐਡੇ ਵੱਡੇ ਕੇਸ ਨਿਪਟਾਏ ਹੈ, ਅਸੀਂ ਉਹ ਸਾਰੇ ਕੇਸ ਬੋਲ ਦਿਆਂਗੇ ਜੀ। ਸਾਨੂੰ ਵਿਜੀਲੈਂਸ ਤੇ ਮਾਣ ਹੈ, ਸਾਡੀ ਏਜੰਸੀ ਹੈ ਸਰਕਾਰੀ, ਪਰ ਭਰੋਸੇਯੋਗਤਾ ਤਾਂ ਬਣਾ ਕੇ ਰੱਖਣੀ ਪੈਣੀ ਹੈ ਨਾ ਏਜੰਸੀ ਨੂੰ। ਡੱਲਾ ਸਾਹਿਬ, ਇੱਕ ਜਿਸ ਤਰ੍ਹਾਂ ਜਦੋਂ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਉਂਦਾ ਹੈ, ਉਸ ਤੋਂ ਕੁਝ ਸਮਾਂ ਪਹਿਲਾਂ ਰਵਨੀਤ ਬਿੱਟੂ ਦਾ ਇੱਕ ਬਿਆਨ ਸੀ, ਮੈਂ ਕਹਿੰਦਾ ਜੇਕਰ ਉਹਦਾ ਵੀ ਕਰ ਲਈਏ। ਉਹਨਾਂ ਨੇ ਜਿਹੜੀ ਗੱਲ ਕਹੀ ਸੀ, ਕਹਿੰਦੇ ਰੋਜ਼-ਰੋਜ਼ ਪੂੰਛ ਨੂੰ ਹੱਥ ਲਾਉਂਗੇ ਤਾਂ ਸ਼ੇਰ ਦੰਦੀ ਜ਼ਰੂਰ ਵੱਢਦਾ। ਇਹ ਹੁਣ ਸੰਦਰਭ 'ਚ ਕਿਹੜੇ 'ਚ ਕਹੀ ਗਈ ਹੈ? ਇਸ ਨੂੰ ਮਿਲਦਾ ਆਪਣੇ ਪੰਜਾਬੀ ਬਹੁਤ ਸਾਫ਼ ਤਰੀਕੇ ਨਾਲ ਸਮਝ ਪਹਿਲਾਂ ਤਾਂ ਬਿੱਟੂ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਵੀ ਕਿਹੜੇ ਸ਼ੇਰ ਦਾ ਜ਼ਿਕਰ ਕਰਦੇ ਹੋ ਜੀ। ਪੰਜਾਬ 'ਚ ਕਿਹੜਾ ਇਹੋ ਜਿਹਾ ਸ਼ੇਰ ਹੈ ਵੀ ਜਿਹਦੀ ਪੂੰਛ ਨੂੰ ਹੱਥ ਲਾਓ ਦੰਦੀ ਵੱਢਦਾ ਜੀ ਹੈ ਜੀ। ਸੋ ਸ਼ੇਰ ਤਾਂ ਮੈਨੂੰ ਪੰਜਾਬ 'ਚ ਕੋਈ ਦਿਖਿਆ ਨਹੀਂ ਹੈ ਗਗਨ ਜੀ। ਮੈਨੂੰ ਤਾਂ ਲੱਗਿਆ ਨਹੀਂ ਕਿ ਪੰਜਾਬ 'ਚ ਸ਼ੇਰ ਹੈ। ਹਾਂ, ਸਾਡੇ ਚਿੜੀਆਂ ਘਰਾਂ 'ਚ ਹੈਗੇ ਆ, ਛੱਤਬੀੜ ਵਾਲੇ ਬਹੁਤ ਹੈਗੇ। ਮੈਂ ਕਈ ਸਾਲ ਪਹਿਲਾਂ ਗਿਆ ਸੀ, ਉੱਥੇ ਮੈਂ ਦੇਖੇ ਸ਼ੇਰ, ਉੱਥੇ ਬੱਬਰ ਸ਼ੇਰ ਵੀ ਹੈ, ਤੇ ਆ ਲੁਧਿਆਣੇ ਲਾਗੇ ਵੀ ਇੱਕ ਹੈਗਾ ਸਫਾਰੀ ਆ, ਪਤਾ ਨਹੀਂ ਕੀ ਨਾਮ ਹੈ ਉਹਦਾ, ਮੈਨੂੰ ਨਾਮ ਤਾਂ ਨਹੀਂ ਪਤਾ। ਉੱਥੇ ਵੀ 2 ਸ਼ੇਰ ਸੀ। ਉਦੋਂ ਫਿਰ ਬੱਸ 'ਚ ਬਿਠਾ ਕੇ ਲੈ ਕੇ ਜਾਂਦੇ ਆ, ਤੇ ਸ਼ੇਰ ਕਹਿੰਦੇ ਕਾਰ 'ਚ ਹੋਵੇ ਜਾਂ ਬੱਸ ਦਾ ਇੰਜਣ ਦੀ ਆਵਾਜ਼ ਸੁਣ ਕੇ ਕੋਲੇ ਨਹੀਂ ਆਉਂਦਾ। ਸੋ ਦੇਖੋ, ਇਹ ਵੀ ਆਪਾਂ ਸ਼ੇਰ ਕਰਦੇ ਰਹਿੰਦੇ ਆ ਵੀ ਸ਼ੇਰ ਕੋਲੋਂ ਤੁਸੀਂ ਚਲਦੀ ਬੱਸ 'ਚ ਚੱਲ ਜਾਓ ਜਾਂ ਕਾਰ ਲੈ ਕੇ ਚੱਲ ਜਾਓ ਸਵਾਰੀਆਂ ਬਿਠਾ ਕੇ, ਤਾਂ ਸ਼ੇਰ ਲਵੇ ਨਹੀਂ ਆਉਂਦਾ, ਇੰਜਣ ਦੀ ਆਵਾਜ਼ ਤੋਂ ਡਰ ਜਾਂਦਾ ਸ਼ੇਰ। ਸੋ ਇਸ ਕਰਕੇ ਬਿੱਟੂ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਵੀ ਕਿਹੜੇ ਸ਼ੇਰ ਦੀ ਗੱਲ ਕੀਤੀ, ਵੀ ਜਿਹਦੀ ਪੂੰਛ ਨੂੰ ਹੱਥ ਨਹੀਂ ਲਾਉਣਾ ਜੀ। ਬਿਲਕੁਲ। ਸੋ ਇਹ ਵੀ ਹੈ ਕਿ ਸਿਆਸੀ ਤੌਰ ਦੇ ਉੱਤੇ ਕਈ ਵਾਰ ਬਿਆਨ ਕਾਫੀ ਅਜਿਹੇ ਆ ਜਾਂਦੇ ਨੇ ਜਿਨ੍ਹਾਂ ਨੂੰ ਕਈ ਵਾਰ ਜੰਗਲੀ ਮਹਿਕਮੇ ਤੋਂ ਸਮਝਣ ਦੀ ਵੀ ਲੋੜ ਪੈ ਜਾਂਦੀ ਹੈ। ਬਾਕੀ ਬਿੱਟੂ ਸਾਹਿਬ ਨੇ ਆਪ ਹੀ ਦੱਸ ਦੇਣਾ, ਕਿਉਂਕਿ ਬਿੱਟੂ ਸਾਹਿਬ ਇੱਕ ਦਿਨ ਕਹਿੰਦੇ ਸੀ ਵੀ ਸਿੱਧੂ ਤੇ ਅਨੁਸ਼ਾਸਨਹੀਨਤਾ ਦਾ ਕਾਰਵਾਈ ਹੋਣੀ ਚਾਹੀਦੀ ਹੈ, ਵੀ ਸਿੱਧੂ ਤਿਆਰੀ ਕਰ ਰਹੇ ਨੇ ਆਪ ਵੀ ਛੱਡ ਜਾਣੀ ਕਾਂਗਰਸ। ਤੇ ਉਦੋਂ ਲੱਗਦਾ ਸੀ ਵੀ ਕੈਪਟਨ ਅਮਰਿੰਦਰ ਦੇ ਹੱਕ 'ਚ ਸੀ, ਵੀ ਕਹਿੰਦੇ ਕੈਪਟਨ ਅਮਰਿੰਦਰ ਤੇ ਸਵਾਲ ਨਹੀਂ ਚੱਕਣੇ ਚਾਹੀਦੇ ਜੀ। ਤੇ ਫਿਰ ਕਹਿੰਦੇ ਵੀ ਜੇ ਗ੍ਰਹਿ ਮੰਤਰਾਲਾ ਕੰਮ ਨਹੀਂ ਕਰਦਾ ਤੇ ਕਿਸੇ ਹੋਰ ਨੂੰ ਜ਼ਿੰਮੇਵਾਰੀ ਦੇ ਦਿਓ ਜੀ।
ਸੋ ਸਿੱਧੂ ਸਾਹਿਬ ਦੇ ਜਿਹੜੇ ਬਿੱਟੂ ਸਾਹਿਬ ਦੇ ਬਿਆਨ ਨੇ ਉਹ ਵੀ ਖੋਜ ਦਾ ਵਿਸ਼ਾ ਨੇ। ਮੈਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਕਿਹਾ ਸੀ ਕਿ ਉਹਨਾਂ ਦੇ ਵੀ ਖੋਜ ਹੋਣੀ ਚਾਹੀਦੀ ਹੈ। ਸੋ ਉਹਨਾਂ ਨੂੰ ਵੀ ਲਿਸਟ ਬਣਾ ਲੈਣੀ ਚਾਹੀਦੀ, ਬਿੱਟੂ ਸਾਹਿਬ ਨੂੰ ਵੀ ਜਿਹੜਾ ਬਿਆਨ ਮੈਂ ਅੱਜ ਦਿੱਤਾ, ਨਵਾਂ ਬਿਆਨ ਦੇਣ ਤੋਂ ਪਹਿਲਾਂ ਮੈਂ ਪੁਰਾਣਾ ਬਿਆਨ ਪੜ੍ਹ ਲਾਂ। ਉਹਦੇ ਨਾਲ ਥੋੜ੍ਹੀ ਸਿਆਸੀ ਤੌਰ ਦੇ ਉੱਤੇ ਆਸਾਨੀ ਹੋ ਜਾਂਦੀ ਬਿਆਨ ਦੇਣ 'ਚ, ਹੋਰ ਕੁਛ ਨਹੀਂ। ਬਾਕੀ ਉਹ ਆਜ਼ਾਦ ਨੇ, ਬਿਲਕੁਲ ਉਹਨਾਂ ਨੂੰ ਪੂਰੀ ਸਾਡੇ ਸੰਵਿਧਾਨ 'ਚ ਆਜ਼ਾਦੀ ਆ, ਉਹ ਜਿਵੇਂ ਮਰਜ਼ੀ ਆਪਣਾ ਬਿਆਨ ਦੇਣ। ਅਸੀਂ ਬੜਾ ਸਤਿਕਾਰ ਕਰਦੇ ਹਾਂ ਉਹਨਾਂ ਦੇ ਬਿਆਨਾਂ ਦਾ। ਬਿਲਕੁਲ। ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਵਿੱਚ ਜਿਹੜੇ ਵਿਰੋਧੀ ਪੱਖ ਤੋਂ ਹੱਕ 'ਚ ਬਿਆਨ ਆਏ ਨੇ ਉਹ ਜ਼ਰੂਰ ਸੁਣਾਉਂਦੇ ਆ, ਫਿਰ ਅਗਲੇ ਮਸਲੇ ਦੇ ਵੱਲ ਵਧਦੇ ਹਾਂ। ਬਿਲਕੁਲ, ਇੱਕ ਵਾਰੀ ਸੁਣਾ ਦਿਓ। ਤਰੁਣ ਚੁੱਗ ਉਹਨਾਂ ਦਾ ਜ਼ਰੂਰ ਸੁਣਾ ਦਿਓ, ਬੀਜੇਪੀ ਵਾਲਿਆਂ ਦਾ। ਉਹਨਾਂ ਨੇ ਤਾਂ ਆਪਣੀ ਜਿਹੜੀ ਉਹਨਾਂ ਦਾ ਬਿਆਨ ਹੈ ਨਾ, ਉਹਨਾਂ ਨੇ ਤਾਂ ਆਪਣੇ ਬਿਆਨ 'ਚ ਇਹ ਕਹਿਤਾ ਵੀ ਜਿਵੇਂ ਸਿੱਧੂ ਤੇ ਕਾਰਵਾਈ ਹੋ ਹੀ ਚੁੱਕੀ ਹੁੰਦੀ ਜੀ। ਪਰ ਆਪਾਂ ਸੁਣਾ ਦਈਏ ਉਹਨਾਂ ਦਾ ਪੂਰਾ ਬਿਆਨ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਕੈਪਟਨ ਸਰਕਾਰ ਦੇ ਹੀ ਮੰਤਰੀ ਸਨ, ਉਹਨਾਂ ਦੀ ਵਿਜੀਲੈਂਸ ਰੇਡਸ ਕੀਤੀਆਂ। ਚੋਰ ਫੜੇ ਜਾਣੇ ਚਾਹੀਦੇ, ਕਿਹੜੇ ਲੋਕ ਕਰਪਟ ਨੇ ਉਹ ਜੇਲ੍ਹਾਂ 'ਚ ਜਾਣੇ ਚਾਹੀਦੇ, ਜਾਂਚ ਹੋਣੀ ਚਾਹੀਦੀ ਹੈ। ਪਰ ਕੈਪਟਨ ਸਾਹਿਬ, ਜਾਂਚ 'ਚ ਇੰਨੀ ਦੇਰੀ ਕਿਉਂ? 2 ਸਾਲ ਹੋ ਗਏ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਲਾਇਆ ਸੀ, 2 ਸਾਲ ਜਾਂਚ ਕਿਉਂ ਨਹੀਂ ਕੀਤੀ? ਔਰ ਅੱਜ ਹਾਲਾਤ ਹੈ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਾਰੇ ਦਾ ਸਾਰਾ ਮੰਤਰੀ ਮੰਡਲ ਕਰਪਸ਼ਨ ਦੇ ਇਲਜ਼ਾਮਾਂ 'ਚ, ਕਰਪਸ਼ਨ 'ਚ ਵਿਅਸਤ ਹੈ। ਹਾਲਾਤ ਇਹ ਨੇ ਕਿ ਮੰਤਰੀ ਔਰ ਚੀਫ ਸੈਕਟਰੀ ਕੈਬਨਿਟ ਦੀ ਮੀਟਿੰਗ 'ਚ ਉਲਝਦੇ ਨੇ ਸ਼ਰਾਬ ਦੇ ਮਾਫੀਆ ਨੂੰ ਸੰਰਕਸ਼ਣ ਦੇ ਔਰ ਬੰਦਰ ਬਾਣ ਦੇ ਮਸਲੇ 'ਚ। ਅੱਜ ਵੀ ਖਦਾਨਾਂ 'ਚੋਂ ਖਨਨ ਹੋ ਰਿਹਾ, ਅਵੈਧ ਖਨਨ ਹੋ ਰਿਹਾ। ਕੇਵਲ ਸਿੱਧੂ ਨਹੀਂ, ਪੰਜਾਬ ਦੇ ਸਾਰੇ ਕੈਬਨਿਟ ਵਜ਼ੀਰਾਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਔਰ ਇਹਨਾਂ ਦੇ ਪਿਛਲੇ 5 ਸਾਲਾਂ 'ਚ, 4 ਸਾਲਾਂ 'ਚ ਜੋ ਨਿਰਣੇ ਹੋਏ ਹੈ, ਉਹਨਾਂ ਨਿਰਣਿਆਂ ਨੂੰ ਕਿਸੇ ਇੰਡੀਪੈਂਡੈਂਟ ਏਜੰਸੀ ਕੋਲੋਂ ਜਾਂਚ ਕਰਾਣੀ ਚਾਹੀਦੀ ਹੈ, ਤਾਂ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਹਮਣੇ ਆ ਜਾਏ। ਕਿਸ ਤਰ੍ਹਾਂ ਇਹ ਮਾਫੀਆ ਨੂੰ ਸੰਰਕਸ਼ਣ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੇ ਰੱਖਿਆ ਹੈ। ਬਦਲੇ ਦੀ ਭਾਵਨਾ ਨਾਲ ਕੋਈ ਕੰਮ ਹੋਵੇ ਬੜਾ ਮਾੜਾ, ਬਦਲੇ ਦੀ ਭਾਵਨਾ ਨਾਲ ਕੋਈ ਕੰਮ ਨਹੀਂ ਹੋਣਾ ਚਾਹੀਦਾ। ਮੈਂ ਇਸ ਗੱਲ ਦਾ, ਸਾਡੀ ਪਾਰਟੀ ਮੁਦਈ ਹੈ। ਜੇ ਕਿਸੇ ਨੇ ਕੋਈ ਗਲਤ ਕੀਤਾ, ਉਹ ਗਲਤੀ ਦੀ ਸਜ਼ਾ ਉਦੋਂ ਕਿਉਂ ਨਹੀਂ ਜਦੋਂ ਮਿਨਿਸਟਰ ਸੀਗੇ, ਉਦੋਂ ਕਿਉਂ ਨਹੀਂ? ਤੁਸੀਂ ਅੱਜ ਲੋਕਾਂ ਨੂੰ ਇਹ ਗੱਲ ਬੜਾ ਖੜਕ ਰਹੀ ਹੈ ਕਿ ਇਹ ਗਲਤ ਹੋ ਰਿਹਾ। ਬਦਲੇ ਦੀ ਭਾਵਨਾ ਦੇ ਤਹਿਤ ਕੋਈ ਵੀ ਕਾਰਵਾਈ ਕਿਸੇ ਦੇ ਵਿਰੁੱਧ ਹੋਵੇ ਉਹ ਅਤਿਅੰਤ ਮਾੜੀ ਹੈ। ਸੋ ਪੰਜਾਬ ਦੀ ਸਿਆਸਤ ਚੋਂ ਡੱਲਾ ਸਾਹਿਬ ਹੁਣ ਕਿਸਾਨਾਂ ਵੱਲ ਨੂੰ ਵਧੀਏ ਤਾਂ ਬੀਤੇ ਦਿਨ ਜਿਹੜਾ ਹਿਸਾਰ ਦੇ ਵਿੱਚ ਜੋ ਕੁਝ ਹੋਇਆ, ਲਾਠੀ ਚਾਰਜ ਹੋਇਆ, ਅਥਰੂ ਗੈਸ ਦੇ ਗੋਲੇ ਤੱਕ ਉਹਨਾਂ ਦੇ ਉੱਤੇ ਸੁੱਟੇ ਗਏ। ਉਸ ਤੋਂ ਬਾਅਦ ਕਿਸਾਨਾਂ ਨੇ ਬਹੁਤ ਸਖਤ ਐਕਸ਼ਨ ਲਏ ਨੇ। 2 ਘੰਟੇ ਲਈ ਪੂਰੇ ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ KMP, ਪੰਜਾਬ ਦੇ ਰੂਪਨਗਰ 'ਚੋਂ ਵੀ ਤਸਵੀਰਾਂ ਆਈਆਂ ਕਿ ਕਿਸਾਨਾਂ ਨੇ ਉਰੇ ਵੀ ਜਿਹੜੇ ਰੋਡ 2 ਘੰਟੇ ਲਈ ਜਾਮ ਰੱਖੇ। ਤੇ ਅੱਜ ਵੀ ਜਿਹੜਾ ਕਿਸਾਨਾਂ ਨੇ ਵੱਡੇ ਐਕਸ਼ਨਾਂ ਦਾ ਐਲਾਨ ਕੀਤਾ ਹੋਇਆ। ਕਿੱਦਾਂ ਵੇਖ ਰਹੇ ਹੋ ਕੱਲ੍ਹ ਦੀ ਘਟਨਾ ਨੂੰ? ਦੇਖੋ, ਪਹਿਲੀ ਤਾਂ ਗੱਲ ਇਹ ਹੈ, ਮੈਨੂੰ ਲੱਗਦਾ ਕਿਸਾਨ ਅੰਦੋਲਨ ਜਿਹੜਾ ਸ਼ਾਂਤ ਚੱਲ ਰਿਹਾ ਸੀ, ਕਿਸੇ ਤਰ੍ਹਾਂ ਦੇ ਕਿਸਾਨ ਜਿਹੜੇ ਨੇ ਉਹ ਧਰਨਾ ਨਹੀਂ ਸੀ ਪਾ ਰਹੇ, ਆਵਾਜਾਈ 'ਚ ਰੋਕ ਨਹੀਂ ਸੀ ਲਾ ਰਹੇ। ਸੋ ਆ ਖੱਟੜ ਸਰਕਾਰ ਨੇ ਇੱਕ ਵਾਰੀ ਫਿਰ ਸਿਆਸੀ ਪੰਗਾ ਲੈ ਲਿਆ। ਕਹਿੰਦੇ ਉਦਘਾਟਨ ਕਰਨ ਗਏ ਸੀ ਕਿਸੇ ਹਸਪਤਾਲ ਦਾ, ਉੱਥੇ ਕਾਫੀ ਗਿਣਤੀ 'ਚ ਲੋਕ ਉਦਘਾਟਨ ਵਾਲੇ ਵੀ ਸੀ। ਹਾਲਾਂਕਿ ਕੋਵਿਡ ਦਾ ਪ੍ਰੋਟੋਕਾਲ ਕਹਿੰਦਾ ਵੀ ਤੁਸੀਂ ਸੰਸਕਾਰ 'ਚ 10 ਲੋਕਾਂ ਤੋਂ ਵੱਧ ਨਹੀਂ ਜਾਣਾ, ਵਿਆਹ 'ਚ 10 ਲੋਕਾਂ ਤੋਂ ਵੱਧ ਨਹੀਂ ਜਾਣਾ। ਹਰਿਆਣੇ 'ਚ ਵੀ ਇੰਨਾ ਕੀ ਹੋਣਾ? ਹਰਿਆਣੇ 'ਚ ਲਾਕਡਾਊਨ ਵੀ ਹੈ, ਲਾਕਡਾਊਨ ਵੀ ਹੈ ਹਰਿਆਣੇ 'ਚ। ਤੇ ਉੱਥੇ ਕਹਿੰਦੇ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਗਏ। ਹੁਣ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਜਿਹੜਾ ਇਹ ਲਾਕਡਾਊਨ ਹੁੰਦਾ ਹੈ ਜਾਂ 10 ਬੰਦਿਆਂ ਤੋਂ ਵੱਧ ਇਕੱਠ ਨਹੀਂ ਹੋਣਾ ਹੁੰਦਾ, ਕੀ ਇਹ ਸਿਰਫ ਆਮ ਲੋਕਾਂ ਲਈ ਹੁੰਦਾ ਜਾਂ ਇਹ ਅਫਸਰਾਂ ਤੇ ਵੀ ਲਾਗੂ ਹੁੰਦਾ, ਮੁੱਖ ਮੰਤਰੀਆਂ ਤੇ ਲੀਡਰਾਂ ਤੇ ਵੀ ਲਾਗੂ ਹੁੰਦਾ? ਇਹ ਸਵਾਲ, ਇਹ ਵੀ ਖੋਜ ਦਾ ਵਿਸ਼ਾ ਹੈ। ਇਹ ਤਾਂ ਕੋਈ ਸੁਪਰੀਮ ਕੋਰਟ ਦਾ ਜੱਜ ਹੀ ਇਹਦੇ ਤੇ ਦੱਸ ਸਕਦਾ ਕੋਈ ਫੈਸਲਾ। ਇਹ ਲੀਡਰ ਜਿੱਥੇ ਜਾਣਾ ਹੁੰਦਾ ਇਹ ਐਂ ਇਕੱਠੇ ਹੋ ਜਾਂਦੇ ਵੀ ਇਹਨਾਂ ਨੂੰ ਜਿਵੇਂ ਕੋਵਿਡ ਹੁੰਦਾ ਹੀ ਨਹੀਂ। ਆਹ ਦੇਖ ਲਓ ਕਿੰਨੇ ਲੋਕ ਦੁਨੀਆ ਤੋਂ ਚਲੇ ਗਏ। ਇੱਕ ਰਾਜ ਸਭਾ ਮੈਂਬਰ ਚਲੇ ਗਏ ਕਾਂਗਰਸ ਦੇ, ਆਹ ਮਮਤਾ ਬਨਰਜੀ ਦਾ ਭਰਾ ਛੋਟਾ ਚਲਾ ਗਿਆ ਦੁਨੀਆ ਤੋਂ। ਆਹ ਪੰਜਾਬ ਦੇ ਵੀ ਕਿੰਨੇ ਸਾਡੇ ਲੋਕ ਚਲੇ ਗਏ, ਕਈ ਲੀਡਰ ਚਲੇ ਗਏ। 4 BJP ਦੇ ਕਹਿੰਦੇ MLA ਸ਼ਹੀਦ ਹੋ ਗਏ, ਸ਼ਹੀਦ ਨਹੀਂ ਹੋ ਗਏ, ਦੁਨੀਆ ਤੋਂ ਚਲੇ ਗਏ, ਕੋਵਿਡ ਨਾਲ ਲੜਦੇ ਸ਼ਹੀਦ ਹੋ ਗਏ। ਚਲੋ, ਉਹਨਾਂ ਨੂੰ ਆਪ ਵੀ ਕੋਵਿਡ ਹੋਇਆ ਸੀ। ਸੋ ਇਸ ਕਰਕੇ ਇਹ ਤੈਅ ਹੋਣਾ ਚਾਹੀਦਾ। ਹੁਣ ਉੱਥੇ ਕਿਸਾਨ ਤਾਂ ਹਰ ਜਗ੍ਹਾ ਜਿੱਥੇ ਵੀ ਮੰਤਰੀਆਂ ਦਾ ਪ੍ਰੋਗਰਾਮ ਹੈ, ਕਿਸਾਨ ਪ੍ਰੋਟੈਸਟ ਕਰਨ ਜਾਂਦੇ ਨੇ। ਤੇ ਕਿਸਾਨ ਇੱਥੇ ਗਏ ਤੇ ਉਹ ਲਾਠੀਚਾਰਜ ਹੋਈ ਜੀ, ਕਹਿੰਦੇ ਕਾਫੀ ਕਿਸਾਨ ਜ਼ਖਮੀ ਹੋਏ, ਫਿਰ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਜਿਸ ਤੋਂ ਬਾਅਦ ਕਿਸਾਨ ਕਾਫੀ ਜ਼ਿਆਦਾ ਨਾਰਾਜ਼ ਨੇ ਔਰ ਕਿਸਾਨ ਮੋਰਚੇ ਨੇ ਸਪਸ਼ਟ ਕਹਿਤਾ ਵੀ ਅਸੀਂ ਕੱਲ੍ਹ ਵੀ ਧਰਨੇ ਲਾਏ, ਹਾਈਵੇ ਜਾਮ ਕੀਤੇ ਤੇ ਅੱਜ ਵੀ ਕਹਿੰਦੇ ਅਸੀਂ ਥਾਣਿਆਂ ਦੇ ਬਾਹਰ ਪ੍ਰੋਟੈਸਟ ਕਰਾਂਗੇ। ਸੋ ਮੈਨੂੰ ਇਹ ਲੱਗਦਾ ਗਗਨ ਕਿ ਕੋਵਿਡ ਦੀ ਸਥਿਤੀ ਤਾਂ ਚਿੰਤਾਜਨਕ ਹੈ ਹੀ ਹੈ। ਕਿਸਾਨਾਂ ਨੂੰ ਵੀ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੈ, ਜਿੱਥੋਂ ਤੱਕ ਹੋ ਸਕੇ ਟੀਕੇ ਲਵਾ ਕੇ ਰੱਖਣ
ਔਰ ਖਿਆਲ ਰੱਖਣ, ਮਾਸਕ ਮੂਸਕ ਪਾ ਕੇ ਰੱਖਣ। ਪਰ ਗਗਨ ਮੈਨੂੰ ਇਹ ਪਤਾ ਲੱਗਿਆ ਵੀ ਇਹ ਹੁਣ ਮਸਲਾ ਹੋਰ ਵੱਧ ਸਕਦਾ ਹੈ। ਸੋ ਇੱਕ ਤਾਂ 26 ਦਾ ਐਲਾਨ ਕਰ ਰੱਖਿਆ ਕਿਸਾਨਾਂ ਨੇ ਵੀ 26 ਮਾਰਚ ਨੂੰ ਪੂਰੇ ਮੁਲਕ 'ਚ ਅਸੀਂ ਕਾਲੇ ਝੰਡੇ ਲਵਾਉਣੇ ਆ ਘਰਾਂ ਦੇ ਉੱਤੇ, ਤੇ 70-80% ਤਾਂ ਸਾਡੀ ਦੁਨੀਆ ਜਿਹੜੀ ਹੈ ਇੰਡੀਆ ਉਹ ਕਿਸਾਨੀ ਨਾਲ ਹੈ। ਪੰਜਾਬ ਤਾਂ ਮੈਨੂੰ ਲੱਗਦਾ 95% 100% ਹੀ ਕਿਸਾਨੀ ਵਾਲਾ, ਤੇ ਪੰਜਾਬ 'ਚ ਤਾਂ ਗਗਨ ਹਰ ਘਰ ਤੇ ਕਾਲਾ ਝੰਡਾ ਲੱਗੂ। ਬਿਲਕੁਲ। ਤੇ ਇੰਡੀਆ 'ਚ ਜੇ 70-80% ਆਬਾਦੀ ਸਾਡੀ ਖੇਤੀ ਨਾਲ ਹੈ, ਤੇ ਉਸ ਦਿਨ ਅਗਰ ਕਿਸੇ ਨੇ ਸੈਟਲਾਈਟ ਨਾਲ ਤਸਵੀਰਾਂ ਬਣਾਈਆਂ ਤੇ ਮੁਲਕ ਭਾਰਤ ਕਾਲਾ ਹੀ ਦਿਖੂ ਸਾਰਾ, ਕਾਲੇ ਕੱਪੜਿਆਂ ਦੇ ਝੰਡੇ ਲਹਿਰਾਏ ਜਾਣੇ ਨੇ ਕਾਲੇ, ਤੇ ਉਹ ਕਾਲੇ ਕਾਲੇ ਝੰਡੇ ਹੀ ਝੰਡੇ ਦਿਖਣੇ ਨੇ ਸੈਟਲਾਈਟ ਦੀਆਂ ਤਸਵੀਰਾਂ 'ਚ। ਮੈਨੂੰ ਲੱਗਦਾ ਵੱਡੇ ਵੱਡੇ ਦੁਨੀਆ ਦੇ ਚੈਨਲ ਅਖਬਾਰ ਉਹਨਾਂ ਤਸਵੀਰਾਂ ਨੂੰ ਦਿਖਾਉਣਗੇ ਜਿਵੇਂ ਅੱਜ ਕੱਲ੍ਹ ਗੰਗਾ ਨਦੀ ਦੇ ਵਿੱਚ ਮ੍ਰਿਤਕ ਦੇਹਾਂ ਦੀਆਂ ਤਸਵੀਰਾਂ ਨੂੰ ਦਿਖਾ ਰਹੇ ਆ। ਦੁਨੀਆ ਦੇ ਵੱਡੇ ਵੱਡੇ ਅਖਬਾਰ ਚੈਨਲ ਇਹੀ ਦਿਖਾ ਰਹੇ ਨੇ ਵੀ ਭਾਰਤ ਦੇ ਵਿੱਚ ਪਿੰਡਾਂ 'ਚ ਕੋਵਿਡ ਐਡੀ ਤੇਜ਼ੀ ਨਾਲ ਫੈਲ ਗਿਆ, ਔਰ ਸਰਕਾਰਾਂ ਤੇ ਸਵਾਲ ਖੜੇ ਹੋ ਰਹੇ ਨੇ ਵੀ ਇਹ ਮ੍ਰਿਤਕ ਦੇਹਾਂ ਦਾ ਰਿਕਾਰਡ ਅਸਲ ਨਹੀਂ ਦੱਸ ਰਹੇ। ਕਿੰਨੇ ਲੋਕ ਚੜ੍ਹਾਈ ਕਰ ਰਹੇ ਨੇ ਕੋਵਿਡ ਕਰਕੇ ਪਿੰਡਾਂ 'ਚ, ਸਰਕਾਰ ਉਹ ਅੰਕੜੇ ਲੁਕੋ ਰਹੀਆਂ ਨੇ। ਇਹ ਵੀ ਇੱਕ ਨਵੀਂ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਹੁਣ ਦੱਸਣਾ ਚਾਹੀਦਾ ਸਾਡੀ ਸਰਕਾਰ ਨੂੰ। ਔਰ ਬਿਹਾਰ ਦੇ ਜਿਹੜੇ ਮੁੱਖ ਮੰਤਰੀ ਨੇ ਆਦਿੱਤਿਆਨਾਥ ਯੋਗੀ, ਔਰ ਜਿਹੜੇ ਉੱਤਰ ਪ੍ਰਦੇਸ਼ ਦੇ ਨੇ, ਔਰ ਬਿਹਾਰ ਦੇ ਨਿਤਿਸ਼ ਕੁਮਾਰ, ਉਹਨਾਂ ਦੋਨਾਂ ਦੇ ਬਹੁਤ ਵੱਡੀ ਜਵਾਬਦੇਹੀ ਹੈ। ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਅੱਗੇ ਆ ਕੇ ਮੈਂ ਕਹਿੰਦਾ ਜਵਾਬ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਸਾਹਿਬ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੇ ਨੇ ਵੀ ਪਿੰਡਾਂ ਦੀ ਸਥਿਤੀ ਕੀ ਹੈ। ਇੰਨੀ ਵੱਡੀ ਪੱਧਰ ਤੇ ਅਗਰ ਗੰਗਾ ਨਦੀ ਦੇ ਵਿੱਚ ਦੇਹ ਸਾਡੀਆਂ ਆ ਰਹੀਆਂ ਨੇ ਮਨੁੱਖਾਂ ਦੀਆਂ, ਤੇ ਉਹਦਾ ਕਾਰਨ ਕੀ ਹੈ? ਕਿਉਂ ਲੋਕ ਮਜਬੂਰ ਨੇ ਦਰਿਆ 'ਚ ਵਹਾਉਣ ਨੂੰ, ਗੰਗਾ ਨਦੀ 'ਚ ਵਹਾਉਣ ਨੂੰ? ਉਹਨਾਂ ਦਾ ਰਸਮਾਂ ਨਾਲ ਦਾਹ ਸੰਸਕਾਰ ਕਿਉਂ ਨਹੀਂ ਕੀਤਾ ਜਾ ਰਿਹਾ? ਕੀ ਲੱਕੜ ਹੈ ਨਹੀਂ? ਕਹਿੰਦੇ ਲੱਕੜਾਂ ਖਤਮ ਹੋ ਗਈਆਂ ਸ਼ਮਸ਼ਾਨਾਂ 'ਚ ਗਗਨ। ਜਿਹੜੇ ਲੋਕ ਲੱਕੜਾਂ ਸਪਲਾਈ ਕਰਦੇ ਸੀ ਉਹ ਲੱਕੜਾਂ ਦੀ ਕਮੀ ਨਹੀਂ ਪੂਰੀ ਹੋ ਰਹੀ, ਤੇ ਉਹ ਮਹਿੰਗਾ ਬੜਾ ਹੋ ਗਿਆ। ਕਹਿੰਦੇ ਉੱਥੇ ਗਗਨ 700 ਤੋਂ ਲੈ ਕੇ 1500 ਰੁਪਏ ਕੁਇੰਟਲ ਤੱਕ ਜਿਹੜੀ ਅੰਤਿਮ ਸੰਸਕਾਰ ਲਈ ਜਿਹੜੀ ਸਮੱਗਰੀ ਚਾਹੀਦੀ ਲੱਕੜਾਂ ਦੀ ਉਹ ਹੋ ਗਈ ਜੀ। ਤੇ ਪਹਿਲਾਂ 200-250 'ਚ ਕਹਿੰਦੇ ਇਹ ਹੋ ਜਾਂਦੀ ਸੀ ਉਪਲਬਧ। ਸੋ ਇਹ ਸਥਿਤੀਆਂ ਬਣੀਆਂ ਹੋਈਆਂ ਨੇ ਉੱਥੇ। ਲੋਕਾਂ ਕੋਲੇ ਕਹਿੰਦੇ ਪੈਸੇ ਹੈ ਨਹੀਂ। ਜਿਹੜਾ ਦਾਹ ਸੰਸਕਾਰ ਦਾ ਖਰਚਾ ਉੱਥੇ ਪਹਿਲਾਂ 600-700 ਰੁਪਏ ਆਉਂਦਾ ਸੀ, ਮੈਂ ਪੜ੍ਹ ਰਿਹਾ ਸੀ ਕਿਤੇ, ਉਹ ਕਹਿੰਦੇ ਹੁਣ ਉੱਤਰ ਪ੍ਰਦੇਸ਼ 'ਚੋਂ 3200 3500 ਹੋਣ ਲੱਗ ਗਿਆ। ਲੋਕਾਂ ਕੋਲੇ ਪੈਸੇ ਹੈ ਨਹੀਂ। ਆਹ ਸਥਿਤੀਆਂ ਗਗਨ ਉੱਥੇ ਬਣੀਆਂ ਨੇ ਉੱਤਰ ਪ੍ਰਦੇਸ਼ 'ਚ ਵੀ। ਇੱਕ ਸੂਬੇ ਦੇ ਮੁੱਖ ਮੰਤਰੀ ਨੇ ਡੱਲਾ ਸਾਹਿਬ ਇੱਥੋਂ ਤੱਕ ਐਲਾਨ ਕੀਤਾ ਕਿ ਜੇ ਸੰਸਕਾਰ ਦੇ ਲਈ ਲੱਕੜਾਂ ਦੀ ਜ਼ਰੂਰਤ ਹੈ ਸੂਬਾ ਸਰਕਾਰ ਮੁਫਤ 'ਚ ਦੇਗੀ। ਹਾਂ, ਦੇਖੋ ਕਿੱਡੀ ਵੱਡੀ ਗੱਲ ਹੋ ਗਈ। ਸੋ ਇਸ ਕਰਕੇ ਇਹ ਕਿਸਾਨ ਅੰਦੋਲਨ ਵੀ ਨਿਬੇੜਨਾ ਚਾਹੀਦਾ ਗੱਲਬਾਤ ਦੇ ਜ਼ਰੀਏ। ਐਡੀ ਵੱਡੀ ਗਿਣਤੀ ਸਾਡੇ ਕਿਸਾਨ ਨੇ। ਹੁਣ ਤੱਕ ਕਿਸਾਨਾਂ ਨੇ ਕਹਿਤਾ, ਸਗੋਂ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਕਿ ਕੋਵਿਡ ਕਰਕੇ ਅਸੀਂ ਅਣਮਿੱਥੇ ਸਮੇਂ ਲਈ ਕਾਨੂੰਨ ਰੱਦ ਕਰਦੇ ਹਾਂ। ਹੁਣ ਵੀ ਤਾਂ ਲਾਗੂ ਨਹੀਂ ਕਾਨੂੰਨ, ਸੁਪਰੀਮ ਕੋਰਟ ਨੇ ਰੋਕ ਲਾਈ ਹੋਈ ਹੈ, ਤੇ ਸਰਕਾਰ ਕਹਦੇ ਅਸੀਂ ਅਣਮਿੱਥੇ ਸਮੇਂ ਲਈ ਰੋਕਦੇ ਹਾਂ। ਔਰ ਸਰਕਾਰ ਇਹ ਕਹਦੇ ਕਿਸਾਨਾਂ ਨੇ ਖੁਸ਼ ਹੋ ਕੇ ਕਿਸਾਨਾਂ ਨੂੰ ਵਰਤੇ। ਆ ਕਿੰਨੇ ਹਜ਼ਾਰਾਂ ਲੱਖਾਂ ਟਰੈਕਟਰ ਮੁਲਕ 'ਚ ਨੇ ਸਾਡੇ। ਆ ਤੁਸੀਂ ਕੋਵਿਡ ਦੇ ਸਿਲੰਡਰ ਲੈ ਕੇ ਜਾਣੇ ਨੇ, ਆਕਸੀਜਨ ਦੇ, ਤੁਸੀਂ ਵੈਂਟੀਲੇਟਰ ਲੈ ਕੇ ਜਾਣੇ ਨੇ, ਆ ਕਿਸਾਨਾਂ ਨੇ ਆਪ ਆ ਜਾਣਾ ਤੁਹਾਡੇ ਨਾਲ। ਲੈ ਮਰੀਜ਼ਾਂ ਨੂੰ ਖਾਣਾ ਕਿਸਾਨਾਂ ਨੇ ਆਪ ਸਾਂਭ ਲੈਣਾ ਪੂਰੇ ਮੁਲਕ ਦੇ ਲੋਕਾਂ ਲਈ। ਬਿਲਕੁਲ। ਸੋ ਗੱਲ ਇਹ ਆ ਵੀ ਸਰਕਾਰ ਉਹਨਾਂ ਨੂੰ ਨਾਲ ਲੈ ਕੇ ਚੱਲੇ। ਸਰਕਾਰ ਸੱਦਾ ਮਾਰੇ। ਪ੍ਰਧਾਨ ਮੰਤਰੀ ਸਾਹਿਬ ਮੀਟਿੰਗਾਂ ਤਾਂ ਅੱਜ ਕੱਲ੍ਹ ਕਰ ਰਹੇ ਨੇ, ਮੈਂ ਦੇਖਿਆ ਅੱਜ ਵੀ ਸਵੇਰੇ ਟੀਵੀ ਵਾਲੇ ਦਿਖਾ ਰਹੇ ਸੀ, ਮੀਟਿੰਗ ਕਰ ਰਹੇ ਸੀ ਪ੍ਰਧਾਨ ਮੰਤਰੀ ਸਾਹਿਬ। ਕੋਵਿਡ ਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਸਰਗਰਮ ਨੇ। ਸੋ ਮੈਂ ਤਾਂ ਕਹੂੰਗਾ ਇਹ ਬੀਜੇਪੀ ਵਾਲੇ ਜਿਹੜੇ ਨੇ, ਬੀਜੇਪੀ ਪਾਰਟੀ ਨੇ ਅਗਰ ਉਹਨਾਂ ਦੀਆਂ ਸੇਵਾਵਾਂ ਲਾਹ ਲਈਆਂ ਹੁੰਦੀਆਂ ਪ੍ਰਧਾਨ ਮੰਤਰੀ ਸਾਹਿਬ ਦੀਆਂ, ਕਿਉਂਕਿ ਬੀਜੇਪੀ ਇੱਕ ਬੜੇ ਅਨੁਸ਼ਾਸਨ ਵਾਲੀ ਪਾਰਟੀ ਹੈ। ਅਗਰ ਪਾਰਟੀ ਦਾ ਪ੍ਰਧਾਨ ਕਹਿ ਦੇ ਕਿ ਸਾਰੇ ਲੀਡਰ ਪ੍ਰਚਾਰ 'ਚ ਆਉਣਗੇ ਤੇ ਸਾਰੇ ਲੀਡਰਾਂ ਨੂੰ ਜਾਣਾ ਪੈਂਦਾ। ਸੋ ਅਗਰ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਪਹਿਲਾਂ ਛੂਟ ਦੇ ਦਿੰਦੇ ਪ੍ਰਚਾਰ ਤੋਂ, ਤੇ ਮੋਦੀ ਸਾਹਿਬ ਨੇ ਹੁਣ ਤੱਕ ਕੋਵਿਡ ਕੰਟਰੋਲ ਕਰ ਲੈਣਾ ਸੀ। ਦੂਜੀ ਲਹਿਰ ਐਡੀ ਖਤਰਨਾਕ ਨਹੀਂ ਸੀ ਬਣਨੀ ਗਗਨ, ਪਰ ਹੁਣ ਵੀ ਆਸ ਹੈ ਕਿ ਮੋਦੀ ਸਾਹਿਬ ਜ਼ਰੂਰ ਕੰਟਰੋਲ ਕਰ ਲੈਣਗੇ। ਤੇ ਆ ਬੀਜੇਪੀ ਵਾਲੇ ਨੇ ਇੱਕ ਆਰਐਸਐਸ ਵਾਲੇ ਨੇ, ਮੋਹਨ ਭਾਗਵਤ ਜੀ ਬੜੇ ਸਿਆਣੇ ਲੀਡਰ ਨੇ, ਕਹਿੰਦੇ ਉਹਨਾਂ ਨੇ ਤਾਂ ਸਪਸ਼ਟ ਕਹਿਤਾ, ਕਹਿੰਦੇ ਸਾਡੇ ਲੋਕਾਂ ਨੇ ਵੀ ਲਾਪਰਵਾਹੀ ਕੀਤੀ, ਸ਼ਾਸਨ ਨੇ ਵੀ ਔਰ ਪ੍ਰਸ਼ਾਸਨ ਨੇ ਵੀ। ਹੁਣ ਸ਼ਾਸਨ ਦਾ ਮਤਲਬ ਸੱਤਾ ਸਰਕਾਰਾਂ ਹੁੰਦੀਆਂ ਜੀ। ਸੋ ਮੋਹਨ ਭਾਗਵਤ ਮੰਨ ਗਏ ਵੀ ਸਰਕਾਰਾਂ ਲਾਪਰਵਾਹ ਹੋ ਗਈਆਂ, ਲੋਕ ਲਾਪਰਵਾਹ ਹੋ ਗਏ ਤੇ ਪ੍ਰਸ਼ਾਸਨ ਲਾਪਰਵਾਹ ਹੋ ਗਿਆ। ਦੇਖੋ ਸਰਕਾਰਾਂ ਦੀ ਤਾਂ ਪਹਿਲੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ, ਸਰਕਾਰਾਂ ਦੀ ਜ਼ਿੰਮੇਵਾਰੀ ਕੀ ਹੈ ਸ਼ਾਸਨ ਦੀ, ਕਿ ਉਹ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਨੂੰ ਲਾਪਰਵਾਹ ਹੋਣ ਤੇ ਰੋਕੋ। ਹੁਣ ਵੀ ਤਾਂ ਜਿਹੜਾ ਲਾਇਆ ਲੋਕਡਾਊਨ, ਇਹ ਲੋਕਾਂ ਨੇ ਥੋੜੀ ਲਾਇਆ, ਇਹ ਸ਼ਾਸਨ ਨੇ ਲਾਇਆ ਪ੍ਰਸ਼ਾਸਨ ਦੇ ਜ਼ਰੀਏ। ਸੋ ਮੋਹਨ ਭਾਗਵਤ ਜੀ ਕਹਿੰਦੇ ਲੋਕ ਵੀ ਲਾਪਰਵਾਹ ਹੋ ਗਏ, ਸ਼ਾਸਨ ਵੀ ਤੇ ਪ੍ਰਸ਼ਾਸਨ ਵੀ। ਅਸਲ 'ਚ ਗਲਤੀ ਸੀ ਸ਼ਾਸਨ ਦੀ। ਸ਼ਾਸਨ ਨੇ ਪ੍ਰਸ਼ਾਸਨ ਨੂੰ ਚਲਾਉਣਾ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਦੱਸਣਾ ਵੀ ਤੁਸੀਂ ਲਾਪਰਵਾਹ ਨਹੀਂ ਹੋਣਾ ਤੇ ਅਸੀਂ ਲਾਪਰਵਾਹ ਤੁਹਾਨੂੰ ਹੋਣ ਨਹੀਂ ਦੇਣਾ। ਸੋ ਇਸ ਕਰਕੇ ਗੱਲ ਲੋਕਾਂ 'ਤੇ ਨਹੀਂ ਸੁੱਟਣੀ ਚਾਹੀਦੀ। ਸਾਡੀਆਂ ਜਿਹੜੀਆਂ ਲੀਡਰਸ਼ਿਪ ਨੇ ਉਹਨਾਂ ਦੀ ਕਮਜ਼ੋਰੀ ਹੈ, ਇਹਨੂੰ ਮੰਨ ਲੈਣਾ ਚਾਹੀਦਾ। ਐਵੇਂ ਨਹੀਂ ਅੱਜ ਪੂਰੀ ਦੁਨੀਆ 'ਚ ਭਾਰਤ 'ਤੇ ਹਾਸੇ ਪੈਂਦੇ।
ਉਹ ਕਹਿੰਦੇ ਭਾਰਤ ਬਹੁਤ ਵੱਡੀਆਂ ਗੱਲਾਂ ਕਰਦਾ ਸੀ, ਪਹਿਲੀ ਵਾਰੀ ਵੀ ਅਸੀਂ ਕੰਟਰੋਲ ਪਾ ਲਿਆ, ਅਸੀਂ ਦੁਨੀਆ ਨੂੰ ਸਿਖਾਤਾ ਕੋਵਿਡ ਤੇ ਕਿਵੇਂ ਨਿਬੜਨਾ। ਆ ਕਹਿੰਦੇ ਆ ਦੇਖ ਲਓ ਕੀ ਹਾਲ ਹੋਈ ਜਾਂਦਾ। ਸੋ ਬਾਹਰਲੇ ਮੁਲਕ ਸਾਡੇ ਸਿਆਸਤਦਾਨਾਂ ਦਾ ਮਜ਼ਾਕ ਉਡਾ ਰਹੇ ਬਿਲਕੁਲ ਕਿ ਅਸੀਂ ਗੰਭੀਰਤਾ ਦੇ ਨਾਲ ਹਾਲਾਤਾਂ ਨੂੰ ਨਹੀਂ ਲਿਆ। ਹਜੇ ਵੀ ਲੈ ਲਓ ਗੰਭੀਰਤਾ ਦੇ ਨਾਲ। ਬਿਲਕੁਲ। ਸੋ ਕਈ ਬਿਆਨਬਾਜ਼ੀਆਂ ਵੀ ਜਿਹੜੀਆਂ ਅਜਿਹੀਆਂ ਹੁੰਦੀਆਂ ਨੇ, ਇਹ ਬਿਆਨਬਾਜ਼ੀਆਂ ਕਿਤੇ ਮੌਕੇ ਤੋਂ ਪਹਿਲਾਂ ਹੋਣ ਤਾਂ ਇਹਨਾਂ ਦਾ ਫਾਇਦਾ ਹੋ ਸਕਦਾ, ਪਰ ਮੌਕੇ ਤੋਂ ਬਾਅਦ ਅਜਿਹੇ ਬਿਆਨ ਕੋਈ ਮਾਇਨੇ ਨਹੀਂ ਰਖਾਉਂਦੇ। ਡੱਲਾ ਸਾਹਿਬ, ਇਸ ਦੇ ਨਾਲ ਹੀ ਜੇ ਅੱਗੇ ਵਧੀਏ ਤਾਂ ਪੰਜਾਬ ਦੇ ਹਾਲਾਤਾਂ ਦੀ ਵੀ ਗੱਲਬਾਤ ਜ਼ਰੂਰ ਕਰਾਂਗੇ। ਕਰੋਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੀ ਲਾਈਵ ਹੋਏ ਸੀ, ਉਹਨਾਂ ਨੇ ਕੀ ਕੁਝ ਕਿਹਾ, ਕਿਉਂਕਿ ਲਗਾਤਾਰ ਚਰਚਾਵਾਂ ਸੀ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਐਲਾਨ ਕੀਤਾ, ਹੋ ਸਕਦਾ ਲਾਕਡਾਊਨ ਦਾ ਐਲਾਨ ਨਾ ਪੰਜਾਬ 'ਚ ਹੋ ਜਾਵੇ, ਪਰ ਰਿਆਇਤਾਂ ਕਹਿੰਦੇ ਦੇ ਕੇ ਗਏ ਨੇ। ਫਿਰ ਤੋਂ ਇੱਕ ਵਾਰ ਜਿਹੜੀ ਰਾਹਤ ਦੀ ਗੱਲ ਦੱਸ ਕੇ ਗਏ ਨੇ ਮੁੱਖ ਮੰਤਰੀ ਸਾਹਿਬ ਵੀ। ਦੇਖੋ, ਮੈਂ ਇਹ ਵੀ ਚਾਹੂੰਗਾ ਕਿ ਮੈਂ ਮੋਟੀ ਗੱਲ ਕਰਦਾ ਨਾ, ਤੁਸੀਂ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਹੈ ਜਿਹੜਾ ਮੋਟੀਆਂ ਗੱਲਾਂ ਉਹ 'ਚੋਂ ਸੁਣਾ ਜ਼ਰੂਰ ਦਿਓ, ਤਾਂ ਕਿ ਮੁੱਖ ਮੰਤਰੀ ਦੇ ਮੂੰਹੋਂ ਜਦੋਂ ਅਸੀਂ ਸਾਰੇ ਸੁਣਾਂਗੇ ਤੇ ਲੋਕਾਂ ਨੂੰ ਜ਼ਿਆਦਾ ਤਸੱਲੀ ਹੋਊਗੀ। ਪਹਿਲੀ ਤਾਂ ਗੱਲ ਉਹਨਾਂ ਨੇ ਕਹਿਤਾ ਕਿ ਜੋ ਪਹਿਲਾਂ ਪਾਬੰਦੀਆਂ ਸੀ 31 ਮਈ ਤੱਕ ਉਹ ਰਹਿਣੀਆਂ ਨੇ। ਬਾਕੀ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਦਿੱਤੇ, ਅਗਰ ਡਿਪਟੀ ਕਮਿਸ਼ਨਰ ਆਪਣੇ ਇਲਾਕੇ 'ਚ ਕੋਈ ਸੌਖ ਦੇਣੀ ਚਾਹਣ ਲੋਕਾਂ ਨੂੰ, ਕੋਈ ਛੂਟ ਦੇਣੀ ਚਾਹਣ ਲੋਕਾਂ ਨੂੰ, ਉਹ ਦੇ ਸਕਦੇ ਨੇ। ਸੋ ਡਿਪਟੀ ਕਮਿਸ਼ਨਰਾਂ ਨੂੰ ਵੀ ਕਾਫੀ ਅਧਿਕਾਰ ਦਿੱਤੇ ਨੇ। ਔਰ ਇੱਕ ਹੋਰ ਬੜੀ ਅਹਿਮ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ, ਉਹਨਾਂ ਨੇ ਇਹ ਕਿਹਾ ਗਗਨ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਪਹਿਲਾਂ ਨਾਲੋਂ ਜ਼ਿਆਦਾ ਸੁਚੇਤ ਹੋਣ, ਜ਼ਿਆਦਾ ਲੋਕ ਜਾਂਚ ਕਰਾਉਣ, ਕਿਉਂਕਿ ਜਦੋਂ ਜਾਂਚ ਹੁੰਦੀ ਹੈ, ਜਦੋਂ ਕਿਸੇ ਨੂੰ ਬੁਖਾਰ ਹੋ ਜੇ, ਇਹ ਨਾ ਸੋਚੋ ਵੀ ਮੈਨੂੰ ਬੁਖਾਰ ਹੈ ਆਪਾਂ 1-2 ਦਿਨ ਇੰਤਜ਼ਾਰ ਕਰੀਏ ਵੀ ਉਤਰ ਜੂ। ਅਸੀਂ ਤੁਰੰਤ ਜਾਂਚ ਕਰਾਉਣ ਜਾਈਏ ਸਿਹਤ ਕੇਂਦਰ 'ਚ, ਮੁਫਤ ਹੁੰਦੀ ਹੈ ਜਾਂਚ। ਜਦੋਂ ਆਪਾਂ ਜਾਂਚ ਤੁਰੰਤ ਕਰਾ ਲਾਂਗੇ, ਅਗਰ ਆਪਾਂ ਨੂੰ ਦੂਜੇ ਤੀਜੇ ਦਿਨ ਵੀ ਪਤਾ ਲੱਗ ਗਿਆ ਵੀ ਆਪਾਂ ਨੂੰ ਕੋਵਿਡ ਹੈ, ਤੇ ਜਦੋਂ ਆਪਾਂ ਜਾਂਚ ਕਰਾਉਣ ਜਾਵਾਂਗੇ ਉਦੋਂ ਹੀ ਡਾਕਟਰ ਦਵਾਈ ਦੱਸ ਦਿੰਦੇ ਵੀ ਕੀ ਖਾਣਾ ਹੈ। ਸਧਾਰਨ ਦਵਾਈਆਂ ਨੇ ਜਿਹਦੇ ਨਾਲ ਸਰੀਰ ਠੀਕ ਰਵੇ, ਉਹਦੇ ਨਾਲ ਬਹੁਤ ਫਰਕ ਪੈਂਦਾ। ਸੋ ਜਿੰਨੀ ਜਲਦੀ ਕੋਈ ਡਾਕਟਰ ਕੋਲੇ ਜਾਊਗਾ ਉਨੀ ਜਲਦੀ ਠੀਕ ਹੋਊਗਾ। ਪਹਿਲਾਂ ਤਾਂ ਇਹ ਗੱਲ ਨੋਟ ਕਰੀਏ, ਠੀਕ ਹੋਣ ਦੀ ਦਰ ਬਹੁਤ ਵੱਡੀ ਹੈ। ਹੁਣ ਵੀ ਪੰਜਾਬ 'ਚ ਸਾਡੇ ਕੇਸ ਕੰਟਰੋਲ 'ਚ ਆ ਗਏ। ਜਿਹੜੇ ਕੱਲ੍ਹ ਵੀ ਆਏ ਨੇ 24 ਘੰਟਿਆਂ 'ਚ, ਉਹ 7000 ਕੁਛ ਆਏ ਨੇ, 7100 ਤੋਂ ਹੇਠਾਂ ਹੀ ਹੈ। ਮੈਨੂੰ ਲੱਗਦਾ 7050 ਦੇ ਕਰੀਬ ਆਏ ਨੇ ਜੀ। ਦੁਨੀਆ ਤੋਂ ਜਾਣ ਵਾਲਿਆਂ ਦੀ ਗਿਣਤੀ 200 ਤੋਂ 1-2 ਜ਼ਿਆਦਾ, ਉਹ ਵੀ ਹੌਲੀ ਕੰਟਰੋਲ 'ਚ ਆਊਗੀ। ਰੱਬ ਸੁੱਖ ਰੱਖੂਗਾ, ਲੋਕ ਸੁਚੇਤ ਹੋ ਰਹੇ ਨੇ। ਕੈਪਟਨ ਅਮਰਿੰਦਰ ਦੀ ਗੱਲ ਇੱਕ ਵਾਰੀ ਜ਼ਰੂਰ ਸੁਣਾ ਦਿਓ, 31 ਮਈ ਤੱਕ ਜਿਹੜੀ ਉਹਨਾਂ ਨੇ ਕਿਹਾ ਕਿ ਇਹ ਪਾਬੰਦੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਕੋਵਿਡ ਦੇ ਬਾਰੇ ਗੱਲ ਕੀਤੀ ਸੀ, ਔਰ ਮੈਂ ਸੋਚਿਆ ਅੱਜ ਮੈਂ ਜ਼ਰੂਰ ਫਿਰ ਤੁਹਾਡੇ ਨਾਲ ਕਰਾਂ। ਹਾਲਾਤ ਕੁਝ ਸੁਧਰ ਰਹੇ ਨੇ, ਇਹ ਤਾਂ ਅੱਛੀ ਗੱਲ ਹੈ ਕਿ 9000 ਤੱਕ ਆਪਣੇ ਮਰੀਜ਼ ਚਲੇ ਗਏ ਸੀ। ਇੱਕ ਦਿਨ 'ਚ 9000 ਹੁੰਦੇ ਸੀ, ਹੁਣ ਅਸੀਂ ਅੱਜ ਦੇ ਦਿਨ 6897 ਹੈ। ਸੋ ਕੁਛ ਇੰਪਰੂਵਮੈਂਟ ਹੋ ਰਹੀ ਹੈ, ਪਲੈਟੋ ਹੋ ਕੇ ਕੁਝ ਕੰਟਰੋਲ ਆ ਰਿਹਾ ਹੈ। ਉਹ ਤੁਹਾਡੀ ਹਿੰਮਤ ਹੈ, ਗਵਰਨਮੈਂਟ ਦੀ ਹਿੰਮਤ ਹੈ। ਤੁਸੀਂ ਜੋ ਗਵਰਨਮੈਂਟ ਕਹਿ ਰਹੀ ਹੋ ਕਰ ਰਹੇ ਹੋ। ਮਾਸਕ ਪਾਉਣੇ ਨੇ, ਹੱਥ ਧੋਣੇ ਨੇ, ਇਹ ਚੀਜ਼ਾਂ ਜੋ ਡਾਕਟਰਾਂ ਨੇ ਸਾਨੂੰ ਦੱਸੀਆਂ। ਇੰਜੈਕਸ਼ਨ ਲੱਗ ਰਹੇ ਨੇ, ਪਰ ਇੰਜੈਕਸ਼ਨ ਜਿੰਨੀ ਵੈਕਸੀਨ ਆਉਣੀ ਚਾਹੀਦੀ ਸੀ ਉਹ ਨਹੀਂ ਆ ਰਹੀ ਸਾਡੇ ਕੋਲ, ਕਿਉਂਕਿ ਗਵਰਨਮੈਂਟ ਆਫ ਇੰਡੀਆ ਦੇ ਕੋਲ ਇੰਨੀ ਵੈਕਸੀਨ ਹੈ ਹੀ ਉਹ ਨਹੀਂ, ਔਰ ਉਹ ਦਿੰਦੇ ਨੇ ਬਹੁਤ ਘੱਟ। ਪਿਛਲੇ ਸਾਲ ਸਾਰੀ ਬਿਮਾਰੀ ਸ਼ਹਿਰਾਂ ਦੇ ਵਿੱਚ ਸੀ, ਹੁਣ ਸ਼ਹਿਰਾਂ 'ਚ ਘੱਟ ਹੋ ਰਹੀ ਹੈ ਔਰ ਜ਼ਿਆਦਾ ਪਿੰਡਾਂ 'ਚ ਵੱਧ ਰਿਹਾ ਕੰਮ। ਤਾਂ ਤੁਸੀਂ, ਮੈਂ ਪਹਿਲਾਂ ਵੀ ਕਿਹਾ, ਤੁਸੀਂ ਆਪਣੇ ਪਹਿਰੇ ਰੱਖੋ ਉੱਥੇ ਆਪਣੇ ਪਿੰਡਾਂ 'ਚ, ਦੇਖੋ ਕਿ ਬਾਹਰ ਕੋਈ ਬਿਮਾਰੀ ਨਾਲ ਤੁਹਾਡੇ ਪਿੰਡ 'ਚ ਨਾ ਆ ਸਕੇ, ਜਿਹਦੇ ਨਾਲ ਤੁਹਾਡੇ ਪਿੰਡ 'ਚ ਫੈਲੇਗੀ। ਔਰ ਅਸੀਂ ਆਪਣੇ ਤੌਰ 'ਤੇ ਜੋ ਅਸੀਂ ਡਾਕਟਰਾਂ ਦਾ, ਮੈਡੀਕਲ ਦਾ ਪ੍ਰਬੰਧ ਕਰਨਾ ਉਹ ਅਸੀਂ ਕਰਾਂਗੇ, ਉਹ ਸਾਡਾ ਕੰਮ ਹੈ। ਤੁਹਾਡਾ ਕੰਮ ਹੈ ਆਪਣੇ ਪਿੰਡ ਨੂੰ ਬਚਾਉਣਾ, ਆਪਣੇ ਪਰਿਵਾਰਾਂ ਨੂੰ ਬਚਾਉਣਾ। ਗਵਰਨਮੈਂਟ ਆਫ ਇੰਡੀਆ ਨੂੰ ਵੀ ਮੈਂ ਅਪੀਲ ਕਰਦਾ ਕਿ ਵੈਕਸੀਨ ਜ਼ਰੂਰ ਹੋਰ ਭੇਜੋ। ਵੈਕਸੀਨ ਇੱਕ ਤਾਂ ਇਹ ਡਾਕਟਰ ਜੋ ਦੱਸਦੇ ਨੇ ਹੱਥ ਧੋਣਾ ਵਗੈਰਾ ਔਰ ਮਾਸਕ ਪਾਉਣਾ, ਲੇਕਿਨ ਵੈਕਸੀਨ ਸਾਨੂੰ ਲੋੜ ਹੈ, ਵੈਕਸੀਨ ਦੀ ਬਹੁਤ ਲੋੜ ਹੈ ਸਾਨੂੰ। ਔਰ ਅਗਰ ਸਾਨੂੰ ਸ਼ੁਰੂ 'ਚ 2 ਲੱਖ ਦੇ ਰਹੇ ਸੀ, ਹੁਣ ਸਾਨੂੰ 40,000 ਮਿਲ ਰਹੀ ਹੈ। ਔਰ 40,000 ਕਿੱਥੇ, ਜਿੱਥੇ ਆਪਣੇ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ। ਬਿਲਕੁਲ। ਸੋ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਗੱਲਬਾਤ ਤੁਸੀਂ ਸੁਣੀ ਹੈ। ਤੇ ਡੱਲਾ ਸਾਹਿਬ, ਮਸਲਾ ਜਿਹੜਾ ਲੁਧਿਆਣੇ ਦਾ ਉਹ ਵੀ ਆਪਾਂ ਜ਼ਰੂਰ ਉੱਤੇ ਗੱਲਬਾਤ ਕਰ ਲਈਏ। ਸਿਮਰਜੀਤ ਬੈਂਸ ਤੇ ਅਕਾਲੀ ਦਲ ਦੇ ਆਗੂ ਆਮੋ ਸਾਹਮਣੇ ਹੋਈ ਸੀ, ਹੱਥੋਂ ਪਾਈ ਤੱਕ ਵੀ ਮਾਮਲਾ ਪਹੁੰਚਿਆ, ਵੀਡੀਓ ਵੀ ਕਾਫੀ ਵਾਇਰਲ ਹੋਈਆਂ, ਤੇ ਹੁਣ ਇਸ ਮਸਲੇ 'ਚ ਜਿਹੜੀ ਕਹਿੰਦੇ ਮਾਮਲੇ ਵੀ ਦਰਜ ਹੋ ਗਏ ਨੇ। ਕਿੱਦਾਂ ਵੇਖ ਰਹੇ ਹੋ ਘਟਨਾ ਨੂੰ ਜਿਹੜੀ ਕੱਲ੍ਹ ਵਾਪਰੀ ਆ? ਦੇਖੋ, ਇਹ ਮੀਡੀਆ ਦੇ ਵਿੱਚ ਗੱਲ ਬਹੁਤ ਹਾਈਲਾਈਟ ਹੋਈ ਕਿ ਬੈਂਸ ਹੋਣੀ ਗਏ, ਸੜਕ ਦਾ ਉਦਘਾਟਨ ਕਰਨਾ ਸੀ, ਨਾਲ ਕਾਉਂਸਲਰ ਵੀ ਸੀ, ਗੱਲ ਸਮਝ ਆਉਂਦੀ ਹੈ, ਪਰ ਕਾਫੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਆਮ ਲੋਕ ਤਾਂ ਸੰਸਕਾਰ ਤੇ 10 ਤੋਂ ਵੱਧ ਨਹੀਂ ਇਕੱਠੇ ਹੋ ਸਕਦੇ, ਆਮ ਲੋਕ ਤਾਂ ਵਿਆਹ 'ਚ 10 ਤੋਂ ਵੱਧ ਨਹੀਂ ਇਕੱਠੇ ਹੋ ਸਕਦੇ, ਤੇ ਉੱਥੇ ਕਿੰਨੇ ਇਕੱਠੇ ਹੋ ਗਏ? ਉੱਥੇ ਮੈਨੂੰ ਲੱਗਦਾ 50 ਤੋਂ ਜ਼ਿਆਦਾ ਲੋਕ ਹੋਣਗੇ ਜੇ ਗਿਣੇ ਹੋਣ ਕਿਸੇ ਨੇ, ਤਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣ। ਪੂਰੀ ਭੀੜ ਹੈ। ਗੁਰਦੀਪ ਗੋਸ਼ੇ ਹੋਣੀ ਵੀ ਸੀਗੇ, ਇਹ ਜਾਗਰੂਕ ਕਰਨ ਗਏ ਹੋਏ ਸੀ ਲੋਕਾਂ ਨੂੰ। ਦੇਖੋ, ਹੋ ਸਕਦਾ ਇਹਨਾਂ ਕੋਲੇ ਪਾਸ ਹੋਣ ਸਾਰਿਆਂ ਕੋਲੇ,
ਪਰ ਫਿਰ ਲੋਕਡਾਊਨ ਦਾ ਮਤਲਬ ਕੀ ਹੋ ਗਿਆ? ਜੇ ਸਾਰੇ ਲੀਡਰ ਪਾਸ ਲੈ ਕੇ ਨਿਕਲਣਗੇ ਤੇ ਇਕੱਠੇ ਹੋ ਜਾਣਗੇ ਸੈਂਕੜਿਆਂ ਦੀ ਗਿਣਤੀ 'ਚ, 50ਵਾਂ ਦੀ ਗਿਣਤੀ 'ਚ, ਤੇ ਫਿਰ ਲੋਕਡਾਊਨ ਦਾ ਮਤਲਬ ਕੀ ਰਹਿ ਗਿਆ? ਫਿਰ ਤਾਂ ਆਮ ਲੋਕ ਕਹਿਣਗੇ ਵੀ ਅਸੀਂ ਵੀ, ਸਾਡੇ ਕੋਲੇ ਵੀ ਪਾਸ ਬਣਵਾ ਲਿਆ ਅਸੀਂ ਆਪਣੀਆਂ ਕੰਪਨੀਆਂ ਤੋਂ, ਤੇ ਅਸੀਂ ਵੀ ਇਕੱਠੇ ਹੋ ਜਾਾਂਗੇ, ਫਿਰ ਕੀ ਰਹਿ ਗਿਆ ਲੋਕਡਾਊਨ ਦਾ ਮਤਲਬ? ਸੋ ਪ੍ਰਸ਼ਾਸਨ ਦੀ, ਸਰਕਾਰ ਦੀ ਜ਼ਿੰਮੇਵਾਰੀ ਸੀ। ਬੜੀ ਦੇਰ ਰਾਤ ਨੂੰ, ਸ਼ਾਮ ਤੱਕ ਜਾ ਕੇ ਪਤਾ ਲੱਗਿਆ ਵੀ ਇਹਨਾਂ ਤੇ ਪਰਚੇ ਹੋ ਗਏ ਕਈਆਂ ਤੇ। ਸੋ ਇਹ ਪਰਚੇ ਇਹਨਾਂ ਦੇ ਵੀ ਹੋਣੇ ਚਾਹੀਦੇ ਨੇ। ਸੋ ਪੁਲਿਸ ਨੂੰ ਦਲੇਰੀ ਰੱਖਣੀ ਚਾਹੀਦੀ। ਪੁਲਿਸ ਦੇ ਸਾਰੇ ਅਫਸਰਾਂ ਨੂੰ ਮੈਂ ਵੀ ਬੇਨਤੀ ਕਰਦਾ ਵੀ ਲੀਡਰਾਂ ਤੋਂ ਨਾ ਡਰਿਆ ਕਰੋ। ਜਿਹੜਾ ਲੀਡਰ ਗਲਤੀ ਕਰਦਾ ਉਹਦੇ ਤੇ ਜ਼ਰੂਰ ਪਰਚਾ ਦਿਓ, ਜਿਵੇਂ ਤੁਸੀਂ ਆਮ ਲੋਕਾਂ ਤੇ ਦਿੰਦੇ ਹੋ। ਉਹਦੇ ਨਾਲ ਫਿਰ ਲੀਡਰਾਂ ਦਾ ਜਿਹੜਾ ਹੌਸਲਾ ਹੈ ਉਹ ਗਲਤ ਕੰਮ ਕਰਨ ਦਾ ਨਹੀਂ ਬਣੂਗਾ। ਫਿਰ ਲੀਡਰ ਸੋਚਣਗੇ ਵੀ ਆਪਾਂ ਭਾਈ 10 ਤੋਂ ਵੱਧ ਬੰਦਿਆਂ ਨੇ ਨਹੀਂ ਜਾਣਾ ਉਦਘਾਟਨ 'ਚ। ਲੀਡਰ ਉਦਘਾਟਨ ਤੇ ਐਂ ਇਕੱਠੇ ਹੋ ਜਾਂਦੇ ਨੇ ਇੰਨੇ ਲੋਕ, ਜਿਵੇਂ ਉਹਨਾਂ ਨੂੰ ਡਰ ਹੀ ਕਿਸੇ ਦਾ ਨਹੀਂ ਹੈ ਜੀ। ਸੋ ਇਸ ਕਰਕੇ ਇਹ ਕਾਰਵਾਈ ਹੋਣੀ ਚਾਹੀਦੀ ਸੀ। ਹੋਰ ਵੀ ਜਿੱਥੇ ਜਿੱਥੇ ਸਰਕਾਰੀ ਲੋਕ ਪ੍ਰੋਗਰਾਮ ਕਰਦੇ ਨੇ, ਸੈਂਕੜੇ ਲੋਕ ਇਕੱਠੇ ਹੋ ਜਾਂਦੇ ਨੇ, ਸਾਰਿਆਂ ਤੇ ਕਾਰਵਾਈਆਂ ਦਿਓ। ਬਲਕਿ ਉਹਨਾਂ ਤੇ, ਸਰਕਾਰੀ ਮੁਲਾਜ਼ਮਾਂ ਤੇ ਤਾਂ ਲਾਓ ਸ਼ਰਤ ਵੀ ਜੇ ਸਰਕਾਰੀ ਮੁਲਾਜ਼ਮ ਕੋਈ ਜ਼ਿਆਦਾ ਇਸ ਤਰੀਕੇ ਦਾ ਅਣਗਹਿਲੀ ਕਰਦਾ ਫੜਿਆ ਗਿਆ ਤੇ ਉਹਦੀ ਤਨਖਾਹ ਕੱਟਾਂਗੇ ਅਸੀਂ 6 ਮਹੀਨਿਆਂ ਦੀ। ਇਹੋ ਜਿਹੀਆਂ ਸ਼ਰਤਾਂ ਲਾਓ ਤਾਂ ਲੋਕ ਨੇ ਜਿਹੜੇ ਆਮ ਲੋਕ ਪੂਰਾ ਪਾਲਣ ਕਰਦੇ ਨੇ। ਗਗਨ ਆਮ ਤਾਂ ਕਿਸੇ ਵਿਅਕਤੀ ਦੇ ਸਕੂਟਰ ਤੇ ਮਾਸਕ ਨਹੀਂ ਪਾਇਆ ਉਹਦਾ ਵੀ ਚਲਾਨ ਕੱਟ ਦਿੰਦੇ ਨੇ। ਸੋ ਸਾਰਿਆਂ ਲਈ ਬਰਾਬਰ ਦਾ ਨਿਯਮ ਹੋਣਾ ਚਾਹੀਦਾ। ਉਹਦੇ ਨਾਲ ਪੁਲਿਸ 'ਚ ਭਰੋਸੇਯੋਗਤਾ ਵਧੂਗੀ। ਗਗਨ ਲੋਕ ਨਾ ਪੁਲਿਸ ਨੂੰ ਬਹੁਤ ਆਸ ਦੀ ਨਜ਼ਰ ਨਾਲ ਦੇਖਦੇ ਆ ਜੀ, ਪਰ ਜਦੋਂ ਪੁਲਿਸ ਰਸੂਖਦਾਰ ਲੋਕਾਂ ਤੇ ਲੀਡਰਾਂ ਤੇ ਕਾਰਵਾਈ ਨਹੀਂ ਕਰ ਪਾਉਂਦੀ, ਫਿਰ ਲੋਕਾਂ ਨੂੰ ਪੁਲਿਸ ਤੇ ਨਾਰਾਜ਼ਗੀ ਆਉਂਦੀ ਹੈ ਵੀ ਸਾਡੇ ਤੇ ਹੀ ਕਾਰਵਾਈ ਕਰਨ ਜੋਗੇ ਰਹਿ ਗਏ ਤੁਸੀਂ। ਸੋ ਇਸ ਕਰਕੇ ਪੁਲਿਸ ਨੂੰ ਦਲੇਰੀ ਦਿਖਾਉਣ ਦੀ ਲੋੜ ਹੈ, ਐਵੇਂ ਡਰਨ ਦੀ ਲੋੜ ਨਹੀਂ ਲੀਡਰਾਂ ਤੋਂ। ਬਿਲਕੁਲ। ਸੋ ਇਹ ਲੀਡਰਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਦੌਰ ਤੇ ਵੀ ਜਦੋਂ ਕਰੋਨਾ ਮਹਾਮਾਰੀ ਦੇ ਨਾਲ ਅਨੇਕਾਂ ਲੋਕ ਇਸ ਦੁਨੀਆ ਤੋਂ ਜਾ ਰਹੇ ਨੇ, ਅਜਿਹੇ ਦੌਰ 'ਚ ਜੇਕਰ ਜ਼ਿਆਦੀ ਸਰੀਰ ਦੇ ਵਿੱਚ એનર્ਜੀ ਹੈ ਤਾਂ ਇਹਨਾਂ ਲੋਕਾਂ ਦੇ ਸਾਂਭ ਸੰਭਾਲ ਦੇ ਵਿੱਚ ਲਾ ਲਓ ਤਾਂ ਇਸ ਦੇ ਨਾਲ ਤੁਹਾਨੂੰ ਵੋਟਾਂ 'ਚ ਵੀ ਫਾਇਦਾ ਹੈ ਤੇ ਇਹਨਾਂ ਲੋਕਾਂ ਦੀ ਜਾਨਾਂ ਵੀ ਬਚ ਸਕਦੀਆਂ ਨੇ। ਸੋ ਇਸੇ ਆਸ ਉਮੀਦ, ਸੋ ਗਰਮੀਆਂ ਦਾ ਮੌਸਮ ਹੈ, ਜੇ ਲੀਡਰਾਂ 'ਚ એનર્ਜੀ ਜ਼ਿਆਦਾ, ਘਰੇ ਛੱਤ ਵਾਲੇ ਪੱਖੇ ਪੁੱਖੇ ਸਾਫ਼ ਕਰ ਲੈਣ, ਉਹਦੇ ਨਾਲ ਵੀ ਚੰਗਾ ਪਸੀਨਾ ਆਉਂਦਾ। ਬਿਲਕੁਲ। ਸੋ ਵਰਜਿਸ਼ ਕਰਨ, ਥੋੜਾ ਸਰੀਰਕ ਕੰਮ ਕਰਨ, ਘਰ 'ਚ ਮਾੜਾ ਮੋਟਾ ਆਪ ਸਾਫ਼ ਸਫਾਈ ਦਾ ਪ੍ਰਬੰਧ ਕਰਨ। ਬਿਲਕੁਲ। ਸੋ ਹੁਣ ਵੇਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਕੈਪਟਨ ਮਸਲਾ ਵੀ ਕਿੱਧਰ ਨੂੰ ਜਾਂਦਾ ਹੈ ਤੇ ਜੋ ਕਿਸਾਨਾਂ ਨੇ ਐਲਾਨ ਕੀਤੇ ਨੇ, ਇਹਨਾਂ ਐਲਾਨਾਂ ਦਾ ਪ੍ਰਭਾਵ ਹੁਣ ਹਰਿਆਣਾ ਸਰਕਾਰ ਅਤੇ ਭਾਜਪਾ ਦੇ ਉੱਤੇ ਕਿਹੋ ਜਿਹਾ ਪਏਗਾ। ਫਿਲਹਾਲ ਦੇ ਲਈ ਇਜਾਜ਼ਤ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।